ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਅਸੀਂ ਪਿਛਲੇ 4 ਦਿਨ ਪਹਿਲਾਂ ਇਹ ਗੱਲ ਕੀਤੀ ਸੀ ਕਿ ਜਿਹੜੇ ਪੰਜਾਬ ਵਿੱਚ ਦੀਪ ਸਿੱਧੂ ਦਾ ਵਰਤਾਰਾ ਹੈ ਔਰ ਉਸ ਦੇ ਭੋਗ ਦੇ ਮੌਕੇ ਜਿਸ ਤਰ੍ਹਾਂ ਇਕੱਠ ਹੋਇਆ ਤੇ ਜਿਸ ਤਰ੍ਹਾਂ ਦੀਆਂ ਭਾਵਨਾਵਾਂ ਉੱਥੇ ਪ੍ਰਗਟ ਕੀਤੀਆਂ ਗਈਆਂ, ਉਹ ਸਾਰੇ ਨੂੰ ਅਸੀਂ ਸਮਝਣ ਦਾ ਯਤਨ ਕੀਤਾ ਸੀ। ਤੇ ਅੱਜ ਅਸੀਂ ਉਸੇ ਹੀ ਆਪਣੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਇਸ ਸ਼ੋਅ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਸਮੁੱਚਾ ਪੰਜਾਬ ਹੈ ਉਸ ਦੇ ਵਿੱਚ ਸਿੱਖ ਭਾਈਚਾਰਾ ਤੇ ਸਮੁੱਚੇ ਬਾਕੀ ਪੰਜਾਬੀ ਸਾਰੇ ਜਿਹੜੇ ਲੋਕ ਹੈ ਉਹ ਇਹ ਸਾਰੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੈ ਕਿ ਕਿਵੇਂ ਪੰਜਾਬ ਦੇ ਅੰਦਰ ਇੱਕ ਲੀਡਰਸ਼ਿਪ ਦੀ ਜਿਹੜੀ ਖਾਸ ਕਰਕੇ ਇੱਕ ਕਿਰਦਾਰ ਵਾਲੀ, ਭਰੋਸੇਯੋਗਤਾ ਵਾਲੀ ਤੇ ਦਲੇਰ ਲੀਡਰਸ਼ਿਪ ਜਿਹੜੀ ਕਿ ਪੰਜਾਬ ਦੇ ਹਿੱਤਾਂ ਤੇ ਡਟ ਕੇ ਪਹਿਰਾ ਦੇ ਸਕੇ, ਉਸ ਦਾ ਕਿਸ ਤਰ੍ਹਾਂ ਦਾ ਖਲਾਅ ਪੈਦਾ ਹੋਇਆ ਔਰ ਉਸ ਖਲਾਅ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਵੀ ਕੋਈ ਚੰਗਿਆ ਨਹੀਂ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਵੀ ਪੰਜਾਬ 'ਚ ਇਹ ਗੱਲ ਬਾਰ-ਬਾਰ ਉੱਠਦੀ ਰਹੀ ਹੈ ਕਿ ਕੇਂਦਰ ਜਿਹੜਾ ਹੈ ਉਹ ਪੰਜਾਬ ਨਾਲ ਧੱਕੇ ਕਰ ਰਿਹਾ ਔਰ ਨਾਲ ਦੀ ਨਾਲ ਇਹ ਵੀ ਗੱਲ ਉੱਠਦੀ ਰਹੀ ਹੈ ਕਿ ਜੋ ਕੁਝ ਵੀ ਕੇਂਦਰ ਕਰ ਰਿਹਾ ਉਹਦੇ ਨਾਲ ਰਾਜ ਦੇ ਹੱਕਾਂ ਦੇ ਉੱਤੇ ਬੜੀ ਵੱਡੀ ਸੱਟ ਪੈ ਰਹੀ ਹੈ। ਤਾਂ ਇਸ ਨੂੰ ਲੈ ਕੇ ਪੰਜਾਬ 'ਚ ਪਹਿਲਾਂ ਮੋਰਚੇ ਵੀ ਲੱਗਦੇ ਰਹੇ ਔਰ ਉਸ ਦੇ ਸਬੰਧ ਦੇ ਵਿੱਚ ਜਿਹੜੀਆਂ ਖਾਸ ਕਰਕੇ ਜੇ ਅਸੀਂ ਜ਼ਿਕਰ ਕਰੀਏ ਤੇ ਜਿਹੜਾ ਰਾਜੀਵ ਗਾਂਧੀ ਲੌਂਗੋਵਾਲ ਸਮਝੌਤਾ ਹੋਇਆ ਸੀ ਉਸ ਦੇ ਤਹਿਤ ਵੀ ਜੋ ਪੰਜਾਬ ਨਾਲ ਜੋ ਸਮਝੌਤੇ ਵਿੱਚ ਗੱਲਾਂ ਤੈਅ ਹੋਈਆਂ ਉਹਨਾਂ ਤੇ ਵੀ ਕੇਂਦਰ ਪੂਰਾ ਨਹੀਂ ਉਤਰਿਆ। ਸੋ ਇਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਇੱਕ ਖਾਸ ਕਿਸਮ ਦੀ ਜਿਹੜੀ ਬੇਚੈਨੀ ਹੈ ਜਿਸ ਦਾ ਪਿਛਲੀ ਵਾਰ ਅਸੀਂ ਜ਼ਿਕਰ ਵੀ ਕੀਤਾ ਸੀ ਆਪਣੀ ਚਰਚਾ 'ਚ ਕਿ ਵੱਖ-ਵੱਖ ਸਮਿਆਂ ਤੇ ਜਦੋਂ ਕੁਝ ਹੁੰਦਾ ਤਾਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਉਬਾਲ ਆਉਂਦਾ ਹੈ ਤੇ ਲੀਡਰਸ਼ਿਪ ਦੀ ਜਿਹੜੀ ਘਾਟ ਹੈ ਉਹ ਸਾਰੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਠੀਕ ਅਗਵਾਈ ਨਾ ਦੇਣ ਕਰਕੇ ਇਹ ਕਿਸ ਤਰ੍ਹਾਂ ਦੀਆਂ ਦਿਸ਼ਾਵਾਂ ਲੈ ਸਕਦਾ ਹੈ ਔਰ ਹੁਣ ਵੀ ਜਿਹੜਾ ਦੀਪ ਸਿੱਧੂ ਦਾ ਵਰਤਾਰਾ ਹੈ ਕਿ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਵੱਖ-ਵੱਖ ਸਿੱਖ ਹਲਕਿਆਂ ਦੇ ਅੰਦਰ ਤੇ ਪੰਜਾਬ ਦੇ ਵਿੱਚ ਅਸਲ ਵਿੱਚ ਗੱਲ ਕੀ ਹੈ ਕਿ ਜੇ ਲੀਡਰਸ਼ਿਪ ਦੀ ਘਾਟ ਰਹਿੰਦੀ ਹੈ ਤਾਂ ਪੰਜਾਬ 'ਚ ਜਿਹੜੀ ਜਿਸ ਤਰ੍ਹਾਂ ਦੀ ਬੇਚੈਨੀ ਪਈ ਹੈ, ਜਿਸ ਤਰ੍ਹਾਂ ਹੁਣ ਫਿਰ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਿਹੜੀ ਹੈ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ, ਉੱਥੇ ਦੀ ਜਿਹੜੀ ਪੰਜਾਬ ਪੁਲਿਸ ਦੀ ਸੁਰੱਖਿਆ ਸੀ ਉਹਨੂੰ ਖਤਮ ਕੀਤਾ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਔਰ ਇਹਦੇ ਲਈ ਸਪੈਸ਼ਲ ਕੇਂਦਰ ਨੇ ਨੋਟੀਫਿਕੇਸ਼ਨ ਵੀ ਕੀਤਾ ਔਰ ਇਸ ਦਾ ਨੋਟੀਫਿਕੇਸ਼ਨ ਦਾ 30 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ 'ਚ ਇਸ ਨੂੰ ਪਾਸ ਕਰਾਉਣਾ ਵੀ ਜ਼ਰੂਰੀ ਹੈ। ਸੋ ਇਹ ਜਿਹੜਾ ਟਕਰਾਅ ਹੁਣ ਨਵੇਂ ਸਿਰੇ ਤੋਂ ਕਿਸਾਨ ਜਥੇਬੰਦੀਆਂ ਨੇ ਫਿਰ ਮੋਰਚਾ ਖੋਲ੍ਹਿਆ ਕੇਂਦਰ ਦੇ ਖਿਲਾਫ ਤੇ ਅੱਜ ਵੀ ਜਿਹੜੇ ਸਾਰੇ ਥਾਵਾਂ ਤੇ ਰੋਸ ਪ੍ਰਦਰਸ਼ਨ ਜਿਹੜੇ ਆ ਉਹ ਹੋਏ ਆ। ਸੋ ਇਹ ਸਾਰੀ ਸਥਿਤੀ ਤੇ ਅਸੀਂ ਅੱਜ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਹੈ ਉਹਦੇ ਵਿੱਚ ਲੀਡਰਸ਼ਿਪ ਦਾ ਜਿਹੜਾ ਖਲਾ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਵਰਤਾਰੇ ਪੈਦਾ ਹੋ ਰਹੇ ਆ ਜਿਹਦੇ ਵਿੱਚ ਕਿ ਸਿੱਖ ਲੀਡਰ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ ਕਿ ਕਿਰਦਾਰ ਵਾਲੀ ਜਿਹੜੀ ਲੀਡਰਸ਼ਿਪ ਹੈ ਉਸ ਦੀ ਕਿਸ ਤਰ੍ਹਾਂ ਘਾਟ ਹੈਗੀ ਹੈ ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ। ਤੇ ਇਸ ਦੇ ਉੱਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸ਼੍ਰੀ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਦਾ ਕਿ ਪਿਛਲਾ ਲੰਬਾ ਤਜਰਬਾ ਲਗਭਗ ਪਿਛਲੇ 5 ਦਹਾਕਿਆਂ ਤੋਂ ਉਹਨਾਂ ਨੇ ਸਿੱਖ ਰਾਜਨੀਤੀ ਨੂੰ, ਸਿੱਖ ਸਿਆਸਤ ਨੂੰ ਬੜਾ ਨੇੜਿਓਂ ਦੇਖਿਆ ਤੇ ਇਹਦੇ ਬਾਰੇ ਲਿਖਿਆ। ਤਾਂ ਦੂਸਰੇ ਸਾਡੇ ਮਹਿਮਾਨ ਨੇ ਸ਼੍ਰੀ ਸਤਨਾਮ ਚਾਨਾ ਜੀ, ਉੱਘੇ ਚਿੰਤਕ, ਉੱਘੇ ਬੁੱਧੀਜੀਵੀ ਤੇ ਜਿਹੜੇ ਪੰਜਾਬ ਦੇ ਜਿਹੜੇ ਮਾਮਲੇ ਆ ਸਾਰੇ ਉਹਨਾਂ ਨੂੰ ਬੜੀ ਡੂੰਘਾਈ ਨਾਲ ਦੇਖਦੇ ਆ, ਉਹਨਾਂ ਨੇ ਬੜੀ ਡੂੰਘਾਈ ਨਾਲ ਅਧਿਐਨ ਕੀਤਾ ਤੇ ਉਹਦੇ ਲਈ ਉਹ ਆਪਣੀ ਆਵਾਜ਼ ਵੀ ਉਠਾਉਂਦੇ ਆ। ਮੈਂ ਆਪਣੇ ਦੋਨਾਂ ਮਹਿਮਾਨਾਂ ਨੂੰ, ਸਿੱਧੂ ਸਾਹਿਬ ਤੇ ਚਾਨਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਧੰਨਵਾਦ ਜੰਡੂ ਸਾਹਿਬ, ਸ਼ੁਕਰੀਆ ਜੀ। ਸਿੱਧੂ ਸਾਹਿਬ, ਜਿਹੜੀ ਸਾਰੀ ਸਥਿਤੀ ਬਣੀ ਹੈ ਇਹਦੇ ਵਿੱਚ ਤੁਸੀਂ ਇਹ ਸਾਰਾ ਜੋ ਘਟਨਾਕ੍ਰਮ ਵਾਪਰ ਰਿਹਾ, ਇੱਕ ਪਾਸੇ ਤਾਂ ਦੀਪ ਸਿੱਧੂ ਦੇ ਭੋਗ ਤੋਂ ਬਾਅਦ ਜਿਸ ਤਰ੍ਹਾਂ ਦੀ ਸਿੱਖ ਸਿਆਸਤ ਦੇ ਅੰਦਰ ਚਰਚਾ ਸ਼ੁਰੂ ਹੋਈ ਹੈ ਤੇ ਦੂਸਰਾ ਜਿਹੜਾ ਪੰਜਾਬ 'ਚ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇੱਕ ਕਿਰਦਾਰ ਵਾਲੀ ਤੇ ਜਿਹੜੀ ਸਟਰੋਂਗ ਲੀਡਰਸ਼ਿਪ ਹੈ ਉਸ ਦੀ ਜਿਹੜੀ ਘਾਟ ਹੈ, ਉਸ ਕਰਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ, ਇਹ ਕਿਸ ਤਰ੍ਹਾਂ ਦੀਆਂ ਦਿਸ਼ਾਵਾਂ ਜਿਹੜੀਆਂ ਲੈ ਸਕਦੀਆਂ ਸਾਰੀ ਜਿਹੜੀ ਪ੍ਰਸਥਿਤੀ ਨਵੀਂ ਬਣਦੀ ਜਾ ਰਹੀ ਹੈ, ਤਾਂ ਇਹਦੇ ਵਿੱਚ ਤੁਸੀਂ ਇਸ ਦੇ ਕੀ ਅਰਥ ਲੈ ਰਹੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਪੰਜਾਬ ਦੇ ਲੋਕਾਂ ਵਿੱਚ, ਸਿੱਖਾਂ ਵਿੱਚ ਖਾਸ ਕਰਕੇ ਬਹੁਤ ਬੇਚੈਨੀ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਵੈਕੂਮ ਹੈ ਲੀਡਰਸ਼ਿਪ ਦਾ ਤੇ ਲੀਡਰਸ਼ਿਪ ਦੀ ਘਾਟ ਹੈ ਉਹ ਰੜਕਦੀ ਰਹਿੰਦੀ ਹੈ ਤੇ ਉਹ ਲੀਡਰਸ਼ਿਪ ਦੀ ਘਾਟ ਕਰਕੇ ਕਈ ਇਹੋ ਜਿਹੇ ਅਜੋਕੇ ਵਰਤਾਰੇ ਵਰਤ ਰਹੇ ਆ, ਜਿਵੇਂ ਦੀਪ ਸਿੱਧੂ ਦਾ ਵਰਤਾਰਾ ਹੈ,
ਉਹ ਇੱਕ ਤਰ੍ਹਾਂ ਦਾ ਰਹੱਸ ਬਣ ਰਿਹਾ, ਮਿਸਟਰੀ ਹੈ। ਇਹ ਕੀ ਗੱਲ ਹੋ ਰਹੀ ਹੈ, ਕਿਉਂ ਹੋ ਰਿਹਾ। ਇੱਕ ਕਲਪਨਾ ਦੇ ਰੂਪ ਦੇ ਵਿੱਚ ਇਹ ਸਾਰਾ ਕੁਝ ਘੜਿਆ ਵੀ ਜਾਂਦਾ, ਕਈ ਥਾਈਂ ਇਉਂ ਲੱਗਦਾ ਘੜਿਆ ਜਾਂਦਾ, ਕਿਉਂਕਿ ਜਿਹੜੀ ਰੀਨਾ ਰਾਏ ਹੈ, ਉਹ ਲੜਕੀ ਉਹਦੇ ਨਾਲ ਸੀ ਜਿਸ ਦਿਨ ਉਹਦਾ ਐਕਸੀਡੈਂਟ ਹੋਇਆ, ਉਹ ਸ਼ਰੇਆਮ ਬਿਆਨ ਦੇ ਰਹੀ ਹੈ ਵੀ ਉਸ ਦਿਨ ਇਹ ਸਾਰਾ ਸਾਡਾ ਇਸ ਤਰੀਕੇ ਨਾਲ ਇਹ ਐਕਸੀਡੈਂਟ ਹੋਇਆ। ਅਸੀਂ ਸਮਾਨ ਪੈਕ ਕਰਕੇ ਪੰਜਾਬ ਆ ਰਹੇ ਸੀ ਸਾਰੇ, ਤੇ ਦੋਨੋਂ ਜਾਣੇ ਆ ਰਹੇ ਸੀ, ਪਿੱਛੇ ਸਮਾਨ ਰੱਖਿਆ ਹੋਇਆ ਸੀ, ਤੇ ਅਸੀਂ ਥੱਕ ਗਏ ਜਾਂ ਥੱਕਣ ਕਰਕੇ ਨੀਂਦ ਦਾ ਉਹਨੂੰ ਇਹ ਆ ਗਈ ਵਿੱਚ, ਤੇ ਇਹ ਅੱਗੇ ਜਾ ਕੇ ਐਕਸੀਡੈਂਟ ਹੋ ਗਿਆ। ਇੱਥੋਂ ਤੱਕ ਉਹਨੇ ਸਾਰਾ ਕੁਝ ਹੀ ਸਭ ਦੇ ਸਾਹਮਣੇ ਉਹਨੇ ਸਟੇਟਮੈਂਟ ਦਿੱਤੀ ਹੈ। ਫਿਰ ਵੀ ਇਸ ਵਰਤਾਰੇ ਨੂੰ ਇੱਕ ਇਹ ਕੰਸਟਰਕਟ ਕੀਤਾ ਜਾ ਰਿਹਾ ਕਲਪਨਾ ਦੇ ਲੈਵਲ ਤੇ, ਜਿਹਦਾ ਕੋਈ ਪ੍ਰੂਫ ਨਹੀਂ ਹੈ ਅਦਰਵਾਈਜ਼, ਵੀ ਇਹ ਸਰਕਾਰ ਨੇ ਮਾਰਿਆ, ਇਸ ਨੂੰ ਕਿਸੇ ਸਟੇਟ ਦੇ ਖਾਤੇ 'ਚ ਪਾ ਰਿਹਾ, ਇਸ ਨੂੰ ਸ਼ਹੀਦ ਤਾਂ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਨੇ ਮਾਰਿਆ। ਤੇ ਜਿਹੜੇ ਇਹ ਪਰ ਜਿੱਥੇ ਤੱਕ ਜੇ ਅਸੀਂ ਕਹੀਏ ਵੀ ਸਰਕਾਰ ਨੇ ਜਿਹੜੇ ਮਾਰੇ ਹੈ ਜਾਂ ਮਾਰਿਆ ਗਿਆ, ਜਿਹੜਾ ਐਕਸ਼ਨ ਦੇ ਵਿੱਚ ਜਿਵੇਂ ਨਵਰੀਤ ਹੈ ਉਹ ਮਾਰਿਆ ਗਿਆ ਸੀਗਾ, ਉਸ ਪ੍ਰਤੀ ਇਸ ਕਿਸਮ ਦਾ ਜਿਹੜਾ ਸਾਰਾ 26 ਜਨਵਰੀ ਦਾ ਐਕਸ਼ਨ ਹੀ ਸੀ ਉਦੋਂ। ਹਾਂ, ਉਹ 26 ਜਨਵਰੀ ਦਾ ਐਕਸ਼ਨ ਵੀ ਸੀ, ਸਾਰਾ ਕੁਝ ਸੀ। ਉਹਦੇ ਪ੍ਰਤੀ ਜਿਹੜਾ ਇਸ ਕਿਸਮ ਦਾ ਵਰਤਾਰਾ ਹੋਣਾ ਚਾਹੀਦਾ ਸੀ। ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਪਤਾ ਲੱਗਿਆ ਵੀ ਬਾਹਰ ਗੁਰਦੁਆਰਿਆਂ ਦੇ ਵਿੱਚ ਦੀਪ ਸਿੱਧੂ ਦੀਆਂ ਫੋਟੋ ਲੱਗ ਰਹੀਆਂ, ਨਵਰੀਤ ਸਿੱਧੂ ਦੀਆਂ ਨਹੀਂ ਲੱਗ ਰਹੀਆਂ, ਦੂਜੀਆਂ ਕਈ ਗੱਲਾਂ ਹੋਰ ਵੀ ਲੱਗਦੀਆਂ ਵੀ ਇਹ ਸਾਰੇ ਵਰਤਾਰੇ ਨੂੰ ਲੀਡਰਸ਼ਿਪ ਦੀ ਘਾਟ ਹੋਣੀ ਵੱਖਰੀ ਗੱਲ ਹੈ। ਪਰ ਇਸ ਨੂੰ ਤੁਸੀਂ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਜਿਹੜਾ ਦੀਪ ਸਿੱਧੂ ਹੈ ਇਹ ਕਿਸਾਨਾਂ ਨੂੰ ਸ਼ਹੀਦ ਵੀ ਨਹੀਂ ਸੀ ਮੰਨਦਾ, ਇਹਨੇ ਇੱਕ ਇਸ ਤਰ੍ਹਾਂ ਦੇ ਬਿਆਨ ਵੀ ਦੇਖਣ ਨੂੰ ਮਿਲੇ। ਬਿਲਕੁਲ, ਇਹ 750 ਕਿਸਾਨ ਜਿਹੜਾ ਮਾਰਿਆ ਗਿਆ ਇਸ ਦੌਰਾਨ, ਉਹ ਕਹਿੰਦਾ ਸੀ ਇਹ ਤਾਂ ਜਾ ਕੇ ਬਿਮਾਰੀ ਨਾਲ ਮਰੇ ਆ, ਇਹ ਕੋਈ ਘਰ ਮਰਿਆ ਕਿਸੇ ਦਾ ਜੀ ਹਾਰਟ ਅਟੈਕ ਹੋਇਆ ਤੇ ਇਹ ਬਿਮਾਰੀ ਨਾਲ ਮਰੇ, ਤੁਸੀਂ ਇਹਨਾਂ ਨੂੰ ਸ਼ਹੀਦ ਕਿਵੇਂ ਕਹੋਗੇ। ਉਹ ਖੁਦ ਉਹਦਾ ਔਨ ਦਾ ਰਿਕਾਰਡ ਬਿਆਨ ਹੈ ਇਹ ਸਾਰੀ ਗੱਲ ਦਾ। ਫਿਰ ਬਾਕੀ ਉਸਦੇ ਸਾਰੇ ਬਿਆਨ ਹੀ ਇਸ ਕਿਸਮ ਦੇ ਆ, ਜਿਸ ਤਰੀਕੇ ਨਾਲ ਉਹ ਕਹਿੰਦਾ ਵੀ ਇਹ ਪੁਲਿਸ ਦੇ ਬਾਰੇ ਕਹਿੰਦਾ ਵੀ ਪੁਲਿਸ ਦਾ ਰੋਲ ਬਹੁਤ ਵਧੀਆ ਸੀ, ਮੇਰੇ ਨਾਲ ਬਹੁਤ ਵਧੀਆ ਟ੍ਰੀਟਮੈਂਟ ਕੀਤੀ, ਮੇਰੇ ਤੇ ਸ਼ਹੀਦਾਂ ਦਾ ਪਹਿਰਾ ਸੀ, ਕੋਰਟਾਂ ਬਹੁਤ ਵਧੀਆ ਇੱਥੇ ਆ, ਕਿਉਂਕਿ ਇਹ ਵੀ ਉਸਨੇ ਸਾਰਾ ਬੜਾ ਪੋਜ਼ਿਟਿਵ ਤਰੀਕੇ ਨਾਲ ਪੇਸ਼ ਕੀਤਾ। ਉਹਦੀ ਇੰਡੀਅਨ ਸਟੇਟ ਨਾਲ ਜਾਂ ਜੇ ਉਸਨੂੰ ਕੋਈ ਇਹੋ ਜਿਹਾ ਕੋਈ ਕਾਰਨ ਲੱਭਦਾ ਹੀ ਨਹੀਂ ਵੀ ਉਸਨੂੰ ਕਿਸੇ ਇਹ ਸਰਕਾਰੀ ਧਿਰ ਵੱਲੋਂ ਜਾਂ ਕਿਸੇ ਪਾਸਿਓਂ ਉਸਨੂੰ ਕੋਈ ਇਹ ਸ਼ਹੀਦ ਕਰਨ ਦੀ ਜਿਸ ਤਰੀਕੇ ਦਾ ਇਹ ਪੇਸ਼ ਕਰਦੇ ਲੋੜ ਹੋਵੇ, ਜਾਂ ਇਹੋ ਜਿਹੀ ਸਟਰਗਲ ਹੋਵੇ ਉਹਦੀ ਇਸ ਕਿਸਮ ਦੀ, ਕੋਈ ਉਹਦੇ ਪਿੱਛੇ ਕਾਰਨ ਨਹੀਂ ਲੱਗਾ। ਇਸ ਕਰਕੇ ਇਹ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਖੋਜ ਹੈ, ਇਹ ਜਿਹੜੀ ਭਾਲ ਹੈ ਸਾਰੇ ਲੀਡਰਸ਼ਿਪ ਦੀ, ਇਹ 2007 ਚ ਵੀ ਚੱਲੀ, 12 ਚ ਵੀ ਚੱਲੀ, 15 ਦੇ ਚੱਬੇ ਜਿਹੜਾ ਸਰਬੱਤ ਖਾਲਸਾ ਬਹੁਤ ਵੱਡਾ ਇਕੱਠ ਹੋਇਆ ਉਹਦੇ ਚ ਵੀ ਆਈ ਇਹ ਸਾਰੀ ਗੱਲ। ਲੀਡਰਸ਼ਿਪ ਤਾਂ ਨਿਕਲੀ ਨਹੀਂ। ਪੰਜਾਬ ਦੀ ਜਿਹੜੀ ਵਚਨਬੱਧਤਾ ਵਾਲੀ ਲੀਡਰਸ਼ਿਪ ਹੈ ਉਹ ਕਿਤੇ ਦਿਖਾਈ ਨਹੀਂ ਦਿੰਦੀ, ਪੰਜਾਬ ਦੀਆਂ ਮੰਗਾਂ ਤੇ ਪਹਿਰਾ ਨਹੀਂ ਦਿੰਦੀ। ਇਸ ਕਿਸਮ ਦੀ ਲੀਡਰਸ਼ਿਪ ਨਿਕਲ ਨਹੀਂ ਰਹੀ ਨਾ ਹੈ, ਕਿਉਂਕਿ ਜਿਹੜੀਆਂ ਮੇਨ ਸਟ੍ਰੀਮ ਮੁੱਖ ਧਾਰਾ ਦੀਆਂ ਪਾਰਟੀਆਂ ਉਹ ਤਾਂ ਸੱਤਾ ਹੈ, ਉਹ ਪਾਵਰ ਲੈਣ ਲਈ ਇਲੈਕਸ਼ਨ ਲੜਦੀਆਂ ਤੇ ਪਾਵਰ ਲੈਣ ਲਈ ਉਹ ਸਾਰਾ ਆਪਣਾ ਦਾਰੋਮਦਾਰ ਉਹਨਾਂ ਦਾ ਉਸੇ ਆਲੇ ਦੁਆਲੇ ਖੜਾ ਹੁੰਦਾ ਹੈ। ਪਾਵਰ ਦਾ ਇੱਕ ਸਟਰਕਚਰ ਬਣਿਆ, ਉਹਦੇ ਵਿੱਚ ਉਹਨਾਂ ਨੇ ਆਪਰੇਟ ਕਰਦੇ ਆ, ਤੇ ਉਸ ਤੋਂ ਪਾਵਰ ਤੋਂ ਪਾਸੇ ਹਟ ਕੇ ਲੋਕਾਂ ਦੀਆਂ ਜੈਨੂਇਨ ਸਹੀ ਮੰਗਾਂ ਲਈ ਸੁਹਿਰਦਤਾ ਨਾਲ ਲੜਨਾ, ਲੰਬਾ ਸਮਾਂ ਲੜਨਾ, ਇਸ ਕਿਸਮ ਦੀ ਕੋਈ ਗੱਲ ਨਹੀਂ ਲੱਗਦੀ। ਜਿਹੜਾ ਇੱਕ ਤਰੀਕੇ ਦੇ ਅਵਾਲ ਹੈ, ਇਹ ਕੋਈ ਅਵਾਲ ਜਿਹੜਾ ਇਸ ਕਿਸਮ ਦਾ ਦਿਖਾਈ ਦਿੰਦਾ ਜਿਵੇਂ ਹੁਣ ਦਿਖਾਈ ਦਿੱਤਾ, ਇਹਦੇ ਨਾਲ ਤੁਸੀਂ ਲੋਕਾਂ ਦੀਆਂ ਮੰਗਾਂ ਦਾ ਸਮਾਧਾਨ ਨਹੀਂ ਕਰ ਸਕਦੇ। ਇਹਦੇ ਲਈ ਤਾਂ ਬਹੁਤ ਜ਼ਿਆਦਾ ਕੰਸਿਸਟੈਂਸੀ ਤੇ ਤੁਹਾਡੀ ਇਸ ਕਿਸਮ ਦੀ ਲਗਨ ਦੀ ਜ਼ਰੂਰਤ ਹੁੰਦੀ ਹੈ ਤੇ ਲੰਬਾ ਸਮਾਂ ਲੜਨਾ ਪੈਂਦਾ। ਤੇ ਇਸ ਕਿਸਮ ਦਾ ਕੋਈ ਲੀਡਰਸ਼ਿਪ ਨਿਕਲੀ ਨਹੀਂ। ਮੈਨੂੰ ਨਹੀਂ ਲੱਗਦਾ 30 35 40 ਸਾਲਾਂ ਤੋਂ ਕੋਈ ਇਸ ਕਿਸਮ ਦੀ ਲੀਡਰਸ਼ਿਪ ਖਾਸ ਕਰਕੇ ਸਾਹਮਣੇ ਆਈ ਹੋਵੇ। ਤੇ ਅਸੀਂ ਇਹ ਵੀ ਮੰਨਦੇ ਹਾਂ ਵੀ ਸਿੱਖ ਦਾਅਵਾ ਵੀ ਕਰਦੇ ਆ ਤੇ ਪ੍ਰੈਕਟੀਕਲੀ ਵੀ ਗੱਲਬਾਤ ਇਹ ਹੈ ਵੀ ਪੰਜਾਬ ਦੀਆਂ ਮੰਗਾਂ ਦੇ ਉੱਤੇ ਪਹਿਰਾ ਵੀ ਉਹੀ ਦਿੰਦੇ ਤੇ ਲੜਦੇ ਵੀ ਉਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਨੂੰ ਲੱਗਦਾ ਚੰਡੂ ਸਾਹਿਬ ਇੱਕ ਸੰਕਲਪ ਦਾ ਵੀ ਸੰਕਟ ਜਿਹੜਾ ਨਾ ਉਹ ਖੜਾ ਹੋ ਗਿਆ। ਹਾਂਜੀ, ਕਿਉਂਕਿ ਜਿੱਦਾਂ ਸਿੱਧੂ ਸਾਹਿਬ ਨੇ ਬੜਾ ਸਪਸ਼ਟਤਾ ਨਾਲ ਗੱਲ ਕਹੀ ਆ ਕਿ ਸ਼ਹੀਦ ਦਾ ਕਨਸੈਪਟ ਹੈ, ਜਿਹੜਾ ਸੰਕਲਪ ਹੈਗਾ ਆ,
ਤੁਸੀਂ ਵੀ ਇਹ ਗੱਲ ਕਹੀ ਹੈ ਕਿ ਉਹ ਕਿਸਾਨਾਂ ਨੂੰ ਸ਼ਹੀਦ ਨਹੀਂ ਮੰਨਦਾ ਸੀ ਜਿਹੜੇ ਉੱਥੇ ਮਰੇ ਨੇ। ਜਿਹੜੇ ਅਸੀਂ ਸਾਡਾ ਸੰਕਲਪ ਚੱਲਿਆ ਆ ਰਿਹਾ, ਜਦੋਂ ਕੋਈ ਆਪਣੇ ਲੋਕਾਂ ਦੇ ਲਈ, ਆਪਣੇ ਨੇਸ਼ਨ ਦੇ ਲਈ, ਕੌਮ ਦੇ ਲਈ ਲੜਦਿਆਂ ਹੋਇਆਂ ਸੱਤਾ ਦੇ ਹੱਥੋਂ ਮਾਰਿਆ ਜਾਂਦਾ, ਅਸੀਂ ਉਹਨੂੰ ਸ਼ਹੀਦ ਕਹਿੰਦੇ ਸੀ। ਔਰ ਉਹ ਸੰਕਲਪ ਇੱਕ ਚੱਲਿਆ ਆ ਰਿਹਾ। ਦੂਜਾ ਇਹ ਆ ਕਿ ਲੜ ਰਿਹਾ ਆ, ਲੜਾਈ ਦੇ ਦੌਰਾਨ ਕਿਸ ਤਰ੍ਹਾਂ ਉਹਦੇ ਉੱਤੇ ਸੱਤਾ ਨੇ ਹਮਲਾ ਕੀਤਾ ਤੇ ਉਹਦੀ ਜਾਨ ਲੈ ਲਈ, ਕਿਹੜੇ ਵੀ ਤਰੀਕੇ ਦੇ ਨਾਲ ਫਾਂਸੀ ਲਟਕਾਇਆ, ਕਿ ਗੋਲੀ ਲੱਗੀ ਆ, ਕਿ ਜਾਂ ਉਹਨੂੰ ਜੇਲ੍ਹ 'ਚ ਸਾੜ ਕੇ ਭੁੱਖੇ ਰੱਖ ਕੇ, ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਦਾ ਇੱਕ ਸ਼ਹੀਦ ਦਾ ਸੰਕਲਪ ਹੈ। ਔਰ ਇਹ ਲਗਾਤਾਰ ਚੱਲਿਆ ਆ ਰਿਹਾ ਉਦੋਂ ਦਾ। ਕੁਛ ਲੋਕੀ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਰਹੇ ਆ ਕਿ ਇਹ ਦੀਪ ਸਿੱਧੂ ਦਾ ਜਿਹੜਾ ਐਕਸੀਡੈਂਟ ਹੈਗਾ ਆ, ਕਿ ਉਹ ਸੱਤਾ ਦਾ ਉਹਦੇ 'ਚ ਰੋਲ ਹੈਗਾ। ਇਸ ਕਰਕੇ ਸੱਤਾ ਦਾ ਰੋਲ ਹੈਗਾ ਤਾਂ ਫਿਰ ਉਹਨੂੰ ਸ਼ਹੀਦ ਕਰਾਰ ਦੇ ਦਿੱਤਾ ਜਾਏ। ਪਰ ਉਹ ਜਦੋਂ ਕਿ ਐਸਟੈਬਲਿਸ਼ ਨਹੀਂ ਹੋ ਰਿਹਾ, ਇਹਦੇ ਬਾਵਜੂਦ ਵੀ ਇਹ ਐਕਸੈਪਟ ਕੀਤਾ ਜਾ ਰਿਹਾ ਕਿ ਵੀ ਉਹਨੂੰ ਸ਼ਹੀਦ ਕੀਤਾ ਜਾ ਰਿਹਾ। ਕਈ ਜ਼ੋਰ ਸ਼ੋਰ ਦੇ ਨਾਲ ਗੱਲਾਂ ਵੀ ਇਹ ਕਈਆਂ ਜਾ ਵੀ ਰਹੀਆਂ ਕਿ ਜੀ ਹਾਂ ਨਹੀਂ, ਉਹਦੀ ਹੱਤਿਆ ਹੋਈ ਆ। ਔਰ ਵੱਡੇ ਨੇਤਾ ਵੀ ਇਸ ਤਰ੍ਹਾਂ ਦਾ ਜਿਹੜਾ ਨਾ ਉਹ ਕੋਈ ਐਵੀਡੈਂਸ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹਦੇ ਤੋਂ ਇਹ ਬਿਲਕੁਲ ਕਲੀਅਰ ਹੋ ਜਾਵੇ ਕਿ ਇਹਦੇ 'ਚ ਸੱਤਾ ਦਾ ਰੋਲ ਆ। ਸੋ ਇਸ ਕਰਕੇ ਇੱਕ ਉਹ ਕਨਸੈਪਟ ਜਿਹੜਾ ਨਾ ਸਾਡੇ। ਦੂਜਾ ਜਿਹੜੇ ਤੁਸੀਂ ਗੱਲ ਕਹੀ ਆ ਕਿ ਕਿਸਾਨ ਹੈ ਜਿਹੜੇ, ਉਹ ਵੀ ਤਾਂ ਸੱਤਾ ਦੇ ਖਿਲਾਫ ਲੜ ਰਹੇ ਸੀਗੇ। ਔਰ ਫਾਰਮੇਸ਼ਨ ਹੈ ਜਿਹੜਾ ਲੜਾਈ ਦਾ ਤਰੀਕਾ ਆ, ਕਿਹੜੇ ਸਮੇਂ ਦੇ ਵਿੱਚ ਕਿਹੜੇ ਢੰਗ ਦੇ ਨਾਲ, ਕਿਹੜੀ ਵਿਧੀ ਦੇ ਨਾਲ ਸੱਤਾ ਦੇ ਖਿਲਾਫ ਲੜਾਈ ਲੜੀ ਜਾ ਰਹੀ ਆ, ਤੇ ਉਸ ਲੜਾਈ ਦੇ ਦੌਰਾਨ ਹੈ ਜਿਹੜੀ ਜਾਨ ਚਲੀ ਜਾਂਦੀ ਹੈ ਕਿਸੇ ਦੀ, ਕਿ ਉਹ ਉਸ ਕੈਟਾਗਰੀ ਦੇ ਵਿੱਚ, ਉਸ ਸੰਕਲਪ ਦੇ ਵਿੱਚ ਅਸੀਂ ਉਹਨੂੰ ਲੈਂਦੇ ਆ ਕਿ ਹਾਂ ਉਹ ਸ਼ਹੀਦ ਹੋਏ ਆ। ਜੇ ਕਿਸਾਨ ਆਪਣੇ ਘਰਾਂ 'ਚ ਰਹਿੰਦੇ, ਆਪਣੇ ਪਿੰਡ 'ਚ ਰਹਿੰਦੇ, ਉੱਥੇ ਰਹਿੰਦਿਆਂ ਕਿਸੇ ਹੋਰ ਤਰ੍ਹਾਂ ਉਹਨੂੰ ਕਿਸੇ ਨੇ ਨਹੀਂ, ਜਦੋਂ ਉਹ ਸੰਘਰਸ਼ ਦੇ ਵਿੱਚ ਕੁੱਦਿਆ ਹੋਇਆ ਹੈ, ਉਹ ਬਾਰਡਰ ਦੇ ਉੱਤੇ ਲੜਾਈ ਲੜ ਰਿਹਾ, ਤਾਂ ਫਿਰ ਉੱਥੇ ਉਹਦੀ ਜਾਨ ਚਲੀ ਗਈ ਆ। ਉਹਨੂੰ ਕੁਝ ਲੋਕ ਕਹਿੰਦੇ ਕਿ ਇਹਨੂੰ ਸ਼ਹੀਦ ਥੋੜ੍ਹਾ ਕਹਿ ਸਕਦੇ ਆ, ਲੇਕਿਨ ਆਮ ਲੋਕ ਪੰਜਾਬ ਦੇ ਜਿਹੜੇ ਆ ਉਹ ਇਹ ਮੰਨ ਕੇ ਚੱਲਦੇ ਆ ਕਿ 700 ਉੱਥੇ ਸ਼ਹੀਦ ਹੋਏ ਆ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਇੱਕ ਐਸੇ ਦੌਰ ਦੇ ਵਿੱਚੋਂ ਦੀ ਅਸੀਂ ਗੁਜ਼ਰ ਰਹੇ ਹਾਂ ਜਦੋਂ ਇਹ ਵੀ ਸੰਕਲਪ ਹੈ ਜਿਹੜਾ ਨਾ ਉਹ ਸੰਕਟ ਦੇ ਵਿੱਚ ਫਸ ਗਿਆ ਕਿ ਕਿਸ ਤਰ੍ਹਾਂ ਅਸੀਂ ਕਿਸੇ ਨੂੰ ਕਿਹੜਾ ਰੁਤਬਾ ਦੇਵਾਂਗੇ, ਸ਼ਹੀਦ ਦਾ ਰੁਤਬਾ ਕਿਹਨੂੰ ਮਤਲਬ ਦੇ। ਸੋ ਇਸ ਕਰਕੇ ਦੋਵੇਂ ਤਰ੍ਹਾਂ ਦੇ ਵਿਚਾਰ ਦੋਵੇਂ ਪਾਸਿਓਂ ਜਿਹੜੇ ਪੈਦਾ ਹੋਏ ਆ ਨਾ ਜੀ, ਉਹ ਇਹ ਆ ਕਿ ਸੱਤਾ ਦੇ ਖਿਲਾਫ ਲੜਦਿਆਂ ਹੋਇਆਂ ਇਹ ਜਿਹੜੀ ਆ ਨਾ ਉਹ ਜਾਨ ਦਿੱਤੀ ਆ, ਕਿਸੇ ਨੇ ਆਪਣੀ ਆਹੂਤੀ ਦਿੱਤੀ ਆ। ਔਰ ਉਹਦੇ ਵਿੱਚ ਕੀ ਉਹ ਐਸਟੈਬਲਿਸ਼ ਹੋ ਕੇ ਲੋਕਾਂ ਨੇ ਸਵੀਕਾਰ ਕਰ ਲਿਆ। ਜੇ ਅਸੀਂ ਦੀਪ ਸਿੱਧੂ ਦੇ ਭੋਗ ਦੇ ਉੱਤੇ, ਉਹਦੇ ਅੰਤਮ ਅਰਦਾਸ ਦੇ ਉੱਤੇ ਇਕੱਠ, ਐਡਾ ਵੱਡਾ ਇਕੱਠ ਅਸੀਂ ਦੇਖਦੇ ਹਾਂ, ਤਾਂ ਸ਼ਾਇਦ ਉਹਨਾਂ ਦੇ ਮਨਾਂ ਦੇ ਵਿੱਚ ਆਪਣੇ ਦ੍ਰਿਸ਼ਟੀਕੋਣ ਤੋਂ ਸੰਕਲਪ ਬੜਾ ਕਲੀਅਰ ਆ। ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਲੋਕ, ਇਹ ਬਿਲਕੁਲ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜਾ 700 ਕਿਸਾਨ ਉੱਥੇ ਮਰਿਆ ਉਹ ਸ਼ਹੀਦ ਨਹੀਂ ਹੈ। ਇਸ ਕਰਕੇ ਇਹ ਕਿ ਉਹਨਾਂ ਨੂੰ ਕੌਣ ਨਹੀਂ ਮੰਨਦਾ ਕਿ ਉਹ ਸ਼ਹੀਦ ਹੈਗੇ ਆ, ਉਹਨਾਂ ਦਾ ਇੱਕ ਆਪਣਾ ਦ੍ਰਿਸ਼ਟੀਕੋਣ ਆ। ਸੋ ਮੈਂ ਇਹ ਸੋਚਦਾ ਕਿ ਇਹਨੂੰ ਅਜੇ ਸਮਾਂ ਲੱਗੇਗਾ ਇਹ ਜਾਣਨ ਦੇ ਵਾਸਤੇ ਕਿ ਸ਼ਹੀਦ ਦਾ ਸੰਕਲਪ ਜਿਹੜਾ ਨਾ ਉਹ ਕੀ ਹੈਗਾ ਆ। ਦੂਜੀ ਗੱਲ ਇਹ ਕਿ ਜਦੋਂ ਇਹ ਲੜਾਈ ਉਹ ਕਿਸ ਪਰਪਸ ਦੇ ਵਾਸਤੇ, ਕਿਸ ਤਰ੍ਹਾਂ ਦੀ ਲੜਾਈ, ਔਰ ਉਹਦੇ ਪਿੱਛੇ ਵਿਚਾਰਧਾਰਾ ਕਿਸ ਤਰ੍ਹਾਂ ਦੀ ਸੀਗੀ, ਹੈ ਨਾ, ਜਿਹਦੇ ਪਾਸੇ ਜਿਸ ਵਿਚਾਰਧਾਰਾ ਦੇ ਵਾਸਤੇ ਲੜਦਿਆਂ ਹੋਇਆਂ ਉਹਨੇ ਆਪਣੀ ਜਾਨ ਦਿੱਤੀ ਹੈਗੀ ਆ, ਜੇ ਕਿਸੇ ਨੇ ਵੀ ਜਾਨ ਦਿੱਤੀ ਹੈਗੀ ਆ, ਉਹਦਾ ਬੜਾ ਮਹੱਤਵ ਹੈਗਾ ਕਿ ਉਹਦਾ ਫਲਸਫਾ, ਉਹ ਚਿੰਤਨ ਕਿਹੜਾ ਸੀਗਾ, ਔਰ ਜਾਂ ਉਹਦਾ ਜਿਹੜਾ ਮਨੋਰਥ ਕਿਹੜਾ ਸੀ ਜਿਹਦੇ ਵਾਸਤੇ ਲੜਦਿਆਂ ਹੋਇਆਂ ਕਿਸੇ ਦੀ ਵੀ ਇਕੱਲੇ ਦੀ ਜਾਂ ਬਹੁਤਿਆਂ ਦੀ ਉਹਦੇ ਵਿੱਚ ਜਾਨ ਗਈ ਹੈਗੀ ਆ। ਉਹਨਾਂ ਨੂੰ ਅਸੀਂ ਆਪਣੇ ਇਸ ਸੰਕਲਪ ਦੇ ਵਿੱਚ ਕਿੱਥੇ ਰੱਖਾਂਗੇ, ਹੈ ਨਾ। ਉਹ ਕਹਿੰਦੇ ਜੀ ਇਹ ਤਾਂ ਹਾਰਟ ਅਟੈਕ ਹੋ ਗਿਆ ਜੀ, ਲੇਕਿਨ ਇਹ ਆ ਕਿ ਇਹ ਹਾਰਟ ਅਟੈਕ ਹੁੰਦਾ ਜੇ ਉਹ ਸੰਘਰਸ਼ ਦੇ ਵਿੱਚ ਨਾ ਹੁੰਦਾ, ਇਹ ਵੀ ਇੱਕ ਸਵਾਲ ਪੈਦਾ ਹੋ ਜਾਂਦਾ, ਹੈ ਨਾ, ਕਿ ਸੰਘਰਸ਼ ਦੇ ਵਿੱਚ ਤਾਂ ਸੀ ਨਾ, ਉਹ ਸੰਘਰਸ਼ ਦੇ ਵਿੱਚ ਲੜਦਿਆਂ ਹੋਇਆਂ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ
ਸਾਡੇ ਸ਼ਹੀਦ ਐਸੇ ਹੈਗੇ ਆ ਜਿਨ੍ਹਾਂ ਨੂੰ ਉੱਥੋਂ ਦੀਆਂ ਤੰਗੀਆਂ ਤੁਰਸ਼ੀਆਂ ਮੰਦੇ ਹਾਲਤਾਂ ਦੇ ਵਿੱਚ ਰਹਿਣ ਕਾਰਨ ਜਦੋਂ ਉਹਨਾਂ ਦੀ ਜੇਲ੍ਹ ਦੇ ਵਿੱਚ ਜਾਨ ਗਈ ਆ, ਉਹ ਭੁੱਖੇ ਰੱਖ ਕੇ ਜਾਨ ਗਈ ਹੈ ਜਾਂ ਉਹ ਅੰਦਰ ਬਿਮਾਰ ਹੋ, ਲੇਕਿਨ ਉਹ ਸਾਡੇ ਸ਼ਹੀਦ ਹੈਗੇ ਆ ਜਿਹੜੇ ਸੱਤਾ ਦੇ ਖਿਲਾਫ ਲੜਦਿਆਂ ਹੋਇਆਂ ਸ਼ਹੀਦ ਹੋਏ ਸੀ। ਸੋ ਮੈਂ ਇਸ ਕਰਕੇ ਕਹਿੰਦਾ ਹਾਂ ਕਿ ਵੀ ਇਸ ਨੂੰ ਇਹ ਤੋਂ ਦੇਖਿਆ ਇਹ ਜਾਣਾ ਚਾਹੀਦਾ ਵੀ ਕੀ ਸੱਤਾ ਦੇ ਖਿਲਾਫ ਲੜਦਿਆਂ ਜਿਹੜੀ ਜਾਨ ਗਈ ਆ ਉਹਦੇ 'ਚ ਸੱਤਾ ਦਾ ਰੋਲ ਹੈ ਕਿ ਨਹੀਂ ਹੈ। ਅਗਰ ਹੈ ਤਾਂ ਫਿਰ ਉਹਦਾ ਸੰਕਲਪ ਜਿਹੜਾ ਨਾ ਉਸ ਤਰ੍ਹਾਂ ਦਾ ਹੀ ਬਣੇਗਾ। ਸੋ ਮੈਂ ਇਹਦੇ ਬਾਰੇ ਇੰਨਾ ਹੀ ਕਹਿਣਾ ਚਾਹੁੰਦਾ। ਹਾਂਜੀ, ਤੇ ਚਾਹਨਾ ਇਹ ਤੁਸੀਂ ਲੀਡਰਸ਼ਿਪ ਦਾ ਜਿਹੜਾ ਖਿਲਾਫ ਦੀ ਗੱਲ ਕੀਤੀ ਸਿੱਧੂ ਸਾਹਿਬ ਨੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹ ਇੱਕ ਜਿਹੜਾ ਬਹੁਤ ਵੱਡਾ ਇਸ਼ੂ ਆ, ਅਸਲ ਦੇ ਵਿੱਚ ਇਸ਼ੂ ਹੀ ਉਹ ਹੈਗਾ ਡਿਸਕਸ ਕਰਨ ਵਾਲਾ ਜਿਹੜਾ ਸਿੱਧੂ ਸਾਹਿਬ ਨੇ ਇਸ਼ਾਰਾ ਕੀਤਾ ਹੈ। ਇੱਕ ਏਡਾ ਵੱਡਾ ਉਭਾਰ, ਇੱਕ ਅਪਸਰਜ ਹੈ। ਅਪਸਰਜ ਉਹ ਕਿਸ ਤਰ੍ਹਾਂ ਦੀ ਅਪਸਰਜ ਹੈਗੀ ਆ, ਜਦੋਂ ਹਜ਼ਾਰ, ਚਲੋ ਉੱਥੇ ਹਜ਼ਾਰਾਂ ਦੀ ਗਿਣਤੀ ਜਾਂ ਲੱਖ ਦੇ ਕਰੀਬ 70,000 60 ਜਿੰਨਾ ਮਰਜ਼ੀ ਅਸੀਂ ਗਿਣੀਏ, ਲੇਕਿਨ ਇੱਕ ਭਾਵਨਾ ਇਸ ਤਰ੍ਹਾਂ ਦੀ ਪੰਜਾਬ ਦੀ ਇੱਕ ਬੜੀ ਵੱਡੀ ਜਿਹੜੀ ਜਨਸੰਖਿਆ ਉਹਦੇ ਅੰਦਰ ਜਿਹੜੀ ਪੈਦਾ ਹੋਈ ਆ, ਔਰ ਉਹ ਇੱਕ ਪਰਪਸਫੁਲੀ ਮੇਰਾ ਮਤਲਬ ਕਿ ਜਿਹਦਾ ਕੋਈ ਮਨੋਰਥ ਹੈਗਾ ਆ, ਉਸ ਮਨੋਰਥ ਦੀ ਵਜ੍ਹਾ ਕਰਕੇ ਉਸ ਨੂੰ ਸਾਹਮਣੇ ਰੱਖ ਕੇ ਜਿਹੜਾ ਨਾ ਇੱਕ ਖਾਸ ਜਿਹਾ ਕਿਸਮ ਦਾ ਉਭਾਰ ਜਿਹਾ ਜਿਹੜਾ ਨਾ ਸਾਹਮਣੇ ਆਇਆ, ਚਾਹੇ ਉਹ ਕਿਸੇ ਵੀ ਬਹਾਨੇ ਦੇ ਨਾਲ, ਕਿਸੇ ਵੀ ਕਾਰਨ ਕਰਕੇ, ਲੇਕਿਨ ਉਹ ਇੱਕ ਸਾਹਮਣੇ ਨਜ਼ਰ ਜਿਹੜਾ ਆਇਆ ਆ, ਉਹ ਜੇ ਸਟਰੀਮ ਲਾਈਨ ਨਾ ਕੀਤਾ ਜਾ ਸਕਿਆ ਲੋਕ ਹਿੱਤਾਂ ਦੇ ਹੱਕ ਦੇ ਵਿੱਚ, ਤਾਂ ਫਿਰ ਉਹ ਕਿਸ ਪਾਸੇ ਨੂੰ ਜਾਏਗਾ। ਉਹ ਐਂ ਤਾਂ ਨਹੀਂ ਹੈ ਕਿ ਲੋਕਾਂ ਦੇ ਵਿੱਚ ਇੱਕ ਵਾਰੀ ਜਿਹੜੀ ਨਾ ਇਸ ਤਰ੍ਹਾਂ ਦੀ ਚੇਤਨਾ ਪੈਦਾ ਹੋ ਜਾਵੇ ਕਿ ਅਸੀਂ ਲੜਾਈ ਦੇ ਮੂਡ 'ਚ ਹਾਂ, ਅਸੀਂ ਇਸ ਪਰਪਸ ਦੇ ਵਾਸਤੇ ਕੋਈ ਅਚੀਵ ਕਰਨਾ ਚਾਹੁੰਦੇ ਹਾਂ, ਉਹ ਇਸ ਤਰ੍ਹਾਂ ਵਾਪਸ ਤਾਂ ਹੁੰਦਾ ਨਹੀਂ ਹੁੰਦਾ। ਉਸ ਨੂੰ ਸਟਰੀਮ ਲਾਈਨ ਹੀ ਕਰਨਾ ਹੁੰਦਾ। ਉਹ ਸਟਰੀਮ ਲਾਈਨ ਕਿਹਨੇ ਕਰਨਾ ਹੁੰਦਾ ਆ? ਉਹ ਉਸ ਮੌਕੇ ਦੀ ਲੀਡਰਸ਼ਿਪ ਹੁੰਦੀ ਆ, ਜਿਹੜਾ ਕਿ ਬਜਾ ਤੌਰ ਤੇ ਸਿੱਧੂ ਸਾਹਿਬ ਕਹਿੰਦੇ ਕਿ ਖਲਾ ਹੈ। ਲੀਡਰਸ਼ਿਪ ਦਾ ਖਲਾ ਇਹ ਨਵਾਂ ਪੈਦਾ ਨਹੀਂ ਹੋਇਆ, ਇਹ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਕਿ ਇਹ ਬਾਰ-ਬਾਰ ਉੱਠਦੇ ਨੇ ਲੋਕ, ਬਾਰ-ਬਾਰ ਹੀ ਉਹਨਾਂ ਨੂੰ ਪ੍ਰੋਪਰ ਸ਼ਾਇਦ ਦੇਖੋ ਪੰਜਾਬ 'ਚ ਪਹਿਲਾਂ ਜਿਹੜੀ ਹੈ, ਜਦੋਂ ਪੰਜਾਬੀ ਸੂਬਾ ਬਣਿਆ ਉਦੋਂ ਵੀ ਮੋਰਚਾ ਲੱਗਿਆ, ਉਦੋਂ ਵੀ ਲੀਡਰਸ਼ਿਪ ਸੀ। ਉਸ ਤੋਂ ਬਾਅਦ ਜਿਹੜੇ ਮੋਰਚੇ ਲੱਗਦੇ ਰਹੇ ਉਦੋਂ ਵੀ ਸੀ, ਪਰ ਹੁਣ ਦੀ ਜਿਹੜੀ ਸਥਿਤੀ ਹੈ ਬਿਲਕੁਲ ਉਹਨਾਂ ਤੋਂ ਵੱਖਰੀ ਹੈਗੀ ਹੈ। ਇਹ ਠੀਕ, ਇਹਦੇ 'ਚ ਇੱਕ ਥੋੜਾ ਫਰਕ ਇਹ ਆ ਜਿਹੜਾ ਮੈਂ ਐਡ ਕਰਨਾ ਚਾਹੁੰਦਾ, ਉਹ ਇਹ ਆ ਕਿ ਲੀਡਰਸ਼ਿਪ ਚਾਹੇ ਬਹੁਤ ਸੁਲਝੀ ਹੋਈ ਜਾਂ ਘੱਟ ਸੁਲਝੀ ਹੋਈ, ਉਹ ਲੀਡਰਸ਼ਿਪ ਕੋਈ ਨਾ ਕੋਈ ਪਲਾਨ ਕਰਕੇ ਮੂਵਮੈਂਟ ਨੂੰ ਉਠਾਉਣ ਦਾ ਯਤਨ ਕਰਦੀ ਸੀ। ਇਹ ਲੰਬੇ ਸਮੇਂ ਤੋਂ ਇਤਿਹਾਸ ਦੇ ਵਿੱਚ ਇੱਦਾਂ ਚੱਲਦਾ ਰਿਹਾ ਕਿ ਲੋਕਾਂ ਨੂੰ ਆਰਗੇਨਾਈਜ਼ ਕਰੋ, ਆਹ ਅਚੀਵਮੈਂਟ ਕਰਨ ਦੇ ਵਾਸਤੇ ਸੰਘਰਸ਼ ਲੜੀਏ, ਲੋਕਾਂ ਨੂੰ ਉਹ 'ਚ ਸ਼ਾਮਲ ਕਰੀਏ। ਹੁਣ ਇਹ ਬਿਲਕੁਲ ਹੀ ਉਲਟਾ ਹੋਇਆ ਪਿਆ ਕਿ ਲੋਕ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ, ਜਿਨ੍ਹਾਂ ਨੂੰ ਲੀਡਰਸ਼ਿਪ ਦੀ ਜਿਹੜੀ ਆ ਨਾ, ਲੀਡਰਸ਼ਿਪ ਦੀ ਘਾਟ ਜਿਹੜੀ ਨਜ਼ਰ ਸਾਨੂੰ ਆ ਰਹੀ ਆ, ਉਹ ਇਹੀ ਆ ਕਿ ਜੇ ਉਦੇਸ਼ ਨੂੰ ਸਿਰੇ ਲਾਉਣ ਦੇ ਲਈ ਲੀਡਰਸ਼ਿਪ ਉਹਨੂੰ ਸਟੀਮ ਕਰਨ ਦੇ ਯੋਗ ਨਹੀਂ ਹੈ ਅਵੇਲੇਬਲ, ਤਾਂ ਫਿਰ ਉਹ ਕਿਸ ਪਾਸੇ ਨੂੰ ਜਾਏਗਾ? ਕੀ ਕੋਈ ਐਸੀ ਸਥਿਤੀ ਤਾਂ ਨਹੀਂ ਪੈਦਾ ਹੋਣ ਵਾਲੀ ਕਿ ਇੱਕ ਕਿਓਸ ਜਾਂ ਜਿਹਨੂੰ ਪੰਜਾਬੀ 'ਚ ਕੀ ਕਹਿੰਦੇ, ਕਿਓਸ ਨੂੰ, ਕਿਓਸ ਵਰਗੀ ਹਾਲਾਤ ਤਾਂ ਨਹੀਂ ਬਣਨ ਦਾ ਖਤਰਾ ਪੈਦਾ ਹੋ ਸਕਦਾ ਜੇ ਲੋਕ ਆਪਣੇ ਆਪ ਹੀ ਸਪੌਂਟੇਨੀਅਸਲੀ ਲੜਾਈ 'ਚ ਕੁੱਦਦੇ ਆ? ਤਾਂ ਇਹ ਹੈਗਾ। ਜਿਸ ਤਰ੍ਹਾਂ ਚਾਨਾ ਜੀ ਨੇ ਗੱਲ ਕੀਤੀ ਹੈ, ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਕਈ ਵਾਰੀ ਇਹ ਹੁੰਦਾ ਹੈ ਕਿ ਪਰਿਸਥਿਤੀਆਂ ਜਿਹੜੀਆਂ, ਕੋਈ ਕਾਰਨ ਕੁਝ ਹੋਰ ਹੁੰਦਾ ਹੈ, ਪਰ ਲੋਕਾਂ 'ਚ ਜਿਹੜੀ ਬੇਚੈਨੀ ਪਈ ਹੁੰਦੀ ਹੈ, ਉਹਨੂੰ ਕਿਤੇ ਨਾ ਕਿਤੇ ਛੋਟੀ ਮੋਟੀ ਕੋਈ ਵੀ ਕਾਰਨ ਬਣ ਸਕਦਾ, ਛੋਟੀ ਮੋਟੀ ਚੰਗਿਆੜੀ ਵੀ ਜਿਹੜੀ ਆ, ਉਹ ਜਿਹੜੀ ਇੱਕ ਬੇਚੈਨੀ ਪਈ ਅੰਦਰ, ਉਹਨੂੰ ਭਾਂਬੜ ਵਾਂਗ ਬਾਲ ਦਿੰਦੀ ਹੈ। ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਮੌਜੂਦਾ ਸਥਿਤੀ ਦੇ, ਅਸੀਂ ਪਿਛਲੀ ਚਰਚਾ 'ਚ ਵੀ ਤੇ ਹੁਣ ਵੀ ਅਸੀਂ ਗੱਲ ਕੀਤੀ ਹੈ ਕਿ ਜਿਹੜੇ ਪੰਜਾਬ 'ਚ ਵੱਖ-ਵੱਖ ਸਮਿਆਂ ਤੇ ਉਬਾਲ ਆਉਂਦੇ ਰਹੇ, ਉਹ ਠੀਕ ਦਿਸ਼ਾ ਨਾ ਮਿਲਣ ਕਰਕੇ ਇਸ ਤਰ੍ਹਾਂ ਹੋਏ, ਜਾਂ ਉਹਨਾਂ ਦੇ ਕੋਈ ਤੁਸੀਂ ਹੋਰ ਕਾਰਨ ਵੇਖਦੇ ਆ, ਜਾਂ ਹੁਣ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਫਿਰ ਜਿਹੜੇ ਪੰਜਾਬ ਨਾਲ ਸੰਬੰਧਿਤ ਫੈਸਲੇ ਲੈ ਗਏ, ਖਾਸ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੈਂਬਰੀ ਖਤਮ ਕਰਨਾ ਪੰਜਾਬ ਦੀ ਔਰ ਹਰਿਆਣੇ ਦੀ, ਔਰ ਨਾਲ ਉੱਥੇ ਉਹ ਸਾਰਾ ਉਹਦਾ ਕੰਟਰੋਲ ਜਿਹੜਾ ਜਾਂ ਉਹਦੀ ਸੁਰੱਖਿਆ ਜਿਹੜੀ ਹੈ ਉਹ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਦੇ ਦੇਣ ਨਾਲ ਇੱਕ ਨਵੇਂ ਸਿਰੇ ਤੋਂ ਫਿਰ ਨਵੀਂ ਸਥਿਤੀ ਇੱਥੇ ਪੈਦਾ ਹੋ ਰਹੀ ਹੈ। ਤੇ ਉਹਦੇ 'ਚ ਤੁਸੀਂ ਸਾਰੇ ਕੁਝ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਪਹਿਲਾਂ ਤਾਂ ਮੈਂ ਥੋੜਾ ਜਿਹਾ ਚਾਣਾ ਜੀ ਨੇ ਕਾਫੀ ਐਕਸਪਲੇਨ ਕਰਤਾ। ਸੰਕਲਪ ਹੈ ਜਿਹੜਾ ਸ਼ਹਾਦਤ ਦਾ ਸੰਕਲਪ ਹੈ, ਮੈਂ ਥੋੜਾ ਜਿਹਾ ਹੋਰ ਇਹਦੇ ਚ ਇੱਕ ਐਡ ਹੀ ਕਰਨਾ ਚਾਹੁੰਦਾ, ਜਿਹੜੀ ਮੈਂ ਚਾਹੁੰਦਾ ਵੀ ਥੋੜਾ ਜਿਹਾ ਕਲੀਅਰ ਹੋਰ ਆਪਾਂ ਕਰ ਦਈਏ। ਸਿੱਖਾਂ ਦੇ ਵਿੱਚ ਜਿਹੜਾ ਸ਼ਹਾਦਤ 300-400 ਸਾਲ ਤੋਂ ਸ਼ਹਾਦਤ ਦਾ ਕਨਸੈਪਟ ਹੈ, ਗੁਰੂ ਅਰਜਨ ਦੇਵ ਜੀ ਤੋਂ ਖਾਸ ਕਰਕੇ, ਉਹਦੇ ਵਿੱਚ ਬਿਲਕੁਲ ਕਲੀਅਰ ਹੈ ਵੀ ਤੁਹਾਡੇ ਸਾਹਮਣੇ ਇੱਕ ਸ਼ਹੀਦ ਹੋਣ ਵਾਲੇ ਬੰਦੇ ਦੇ ਸਾਹਮਣੇ, ਇੱਕ ਸਟਰਗਲ ਜਦੋਜਹਿਦ ਕਰਨ ਵਾਲੇ ਦੇ ਸਾਹਮਣੇ, ਮੌਕੇ ਦੀ ਸਟੇਟ ਦੇ ਵਿਰੁੱਧ ਉਹਦੇ ਕੋਲੇ ਆਪਸ਼ਨ ਹੁੰਦੀ ਹੈ। ਜਿਵੇਂ ਮੁਗਲਾਂ ਵੇਲੇ ਆਪਸ਼ਨ ਹੁੰਦੀ ਸੀ ਵੀ ਇਸਲਾਮ ਧਾਰਨ ਕਰ ਲਓ ਤੇ ਬਸ ਤੁਹਾਨੂੰ ਮੁਕਤੀ ਛੱਡ ਦਿੰਨੇ ਆ ਸਾਰਾ ਕੁਝ, ਤੇ ਫਿਰ ਆਪਸ਼ਨਾਂ ਵਾਰੀ-ਵਾਰੀ ਦਿੱਤੀਆਂ ਜਾਂਦੀਆਂ ਤੇ ਉਹਦੀ ਚੁਆਇਸ ਹੁੰਦੀ ਸੀ। ਹੈਲੋ, ਆਪਣੀ ਸ਼ਹਾਦਤ ਤੋਂ ਬਚੋ, ਸ਼ਹਾਦਤ ਨਾਂ ਦਾ ਬੇਸ ਲੈਵਲ ਤੇ ਹੁੰਦਾ ਸੀ। ਤੇ ਪਰ ਜਦੋਂ ਤੁਸੀਂ ਤੁਹਾਡੇ ਇੱਥੇ ਕੋਈ ਇਹੋ ਜਿਹਾ ਸਵਾਲ ਨਹੀਂ, ਜਦੋਂ ਅਸੀਂ ਸ਼ਹੀਦ ਕਹਿੰਦੇ ਹੁਣ ਜਿਵੇਂ ਇਹਨਾਂ ਨੇ ਕਿਹਾ ਵੀ ਕਿਸਾਨ ਉੱਥੇ ਧਰਨੇ ਤੇ ਬੈਠੇ ਸੀ, ਉਹਨਾਂ ਬਾਰੇ ਚੁਆਇਸ ਸੀ ਵੀ ਉਹ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਛੱਡ ਕੇ ਚਲੇ ਜਾਈਏ। ਜਿਹੜੇ ਉੱਥੇ ਸ਼ਹੀਦ ਹੋਏ ਆ, ਮਰ ਕੇ ਭਾਵੇਂ ਬਿਮਾਰ ਹੋ ਕੇ ਮਰੇ ਉੱਥੇ, ਪਰ ਮਰੇ ਤਾਂ ਸਟਰਗਲ ਦੇ ਵਿੱਚ ਦੌਰਾਨ ਹੈ। ਉਹਨਾਂ ਨੇ ਇਹ ਸਟਰਗਲ ਛੱਡ ਕੇ ਤਾਂ ਨਹੀਂ ਆਏ ਨਾ ਸਾਰਾ, ਇਸ ਕਰਕੇ ਅਸੀਂ ਉਹਨਾਂ ਨੂੰ ਸ਼ਹੀਦ ਮੰਨਦੇ ਹਾਂ। ਸਟਰਗਲ ਦੇ ਵਿੱਚ ਕੋਈ ਆ ਕੇ ਛੱਡੇ, ਚੁਆਇਸ ਹੋਵੇ ਉਹਦੇ ਕੋਲ ਵੀ ਸਟਰਗਲ ਛੱਡ ਕੇ ਆ ਜਾ ਜੀ। ਇਸ ਕਰਕੇ ਇਹ ਚੁਆਇਸ ਇੱਥੇ ਜਿਹੜਾ ਕਨਸੈਪਟ ਹੈ ਦੀਪ ਸਿੱਧੂ ਦੇ ਕੇਸ ਦੇ ਵਿੱਚ, ਉਹ ਸਟਰਗਲ ਦੇ ਵਿੱਚ ਨਹੀਂ ਮਾਰਿਆ ਗਿਆ, ਨਾ ਸਟਰਗਲ ਲਗਾਤਾਰ ਕਰਦਾ। ਇਸ ਕਰਕੇ ਜੇ ਅਸੀਂ ਸਿੱਖ ਜਿਹੜੇ ਸ਼ਹਾਦਤਾਂ ਦੇ ਕਨਸੈਪਟ ਦੇ ਬਰਾਬਰ ਤੋਲ ਕੇ ਉਹਨੂੰ ਅਸੀਂ ਗੁਰਦੁਆਰਾ ਸਾਹਿਬ ਤੇ ਹੋਰ ਸਾਰੇ ਥਾਵਾਂ ਉੱਤੇ ਉਹ ਲੈਵਲ ਦਿੰਨੇ ਆ, ਤਾਂ ਕਈ ਵਾਰੀ ਲੋਕਾਂ ਨੇ ਬਹੁਤ ਇਤਰਾਜ਼ ਵੀ ਕਰ ਰਹੇ ਆ ਵੀ ਅਸੀਂ ਪਹਿਲੇ ਸਿੱਖ ਸ਼ਹੀਦਾਂ ਦਾ ਅਪਮਾਨ ਵੀ ਕਰ ਰਹੇ ਹਾਂ। ਉਸ ਬੁਲੰਦੀ ਤੇ ਉਸ ਲੈਵਲ ਦੀ ਜਿਹੜੀ ਸ਼ਹੀਦੀ ਦਾ ਇੱਕ ਸੰਕਲਪ ਹੈ, ਉਹਨੂੰ ਅਸੀਂ ਥੋੜਾ ਜਿਹਾ ਥੱਲੇ ਊਣਾ ਕਰਨ ਦੀ ਕੋਸ਼ਿਸ਼ ਜਾਂ ਉਹਦੇ ਚ ਮਿਲਾਵਟ ਕਰ ਰਹੇ, ਜਿਹਦੇ ਉੱਤੇ ਸਿੱਖ ਸਿਆਸਤ ਵਾਲੇ ਸਾਰੇ ਜਿਹੜੇ ਬੁੱਧੀਜੀਵੀ ਹੈ, ਇਹਨਾਂ ਨੇ ਕਾਫੀ ਜ਼ੋਰ ਸ਼ੋਰ ਨਾਲ ਇਸ ਤੇ ਕਿਹਾ ਵੀ ਇਹ ਜਿਹੜੇ ਸਟੈਂਡਰਡ ਮਿੱਥੇ ਹੋਏ ਸਟੈਂਡਰਡ ਕੀ ਐਸਟੈਬਲਿਸ਼ ਹੋਏ ਸਟੈਂਡਰਡ ਹੈ ਸ਼ਹੀਦੀ ਦੇ ਸਿੱਖੀ ਦੇ ਵਿੱਚ ਹਿਸਟੋਰੀਕਲੀ 300 ਸਾਲਾਂ ਦੇ ਵਿੱਚ, ਉਹਨਾਂ ਨੂੰ ਅਸੀਂ ਥੋੜਾ ਜਿਹਾ ਗੜਬੜ ਕਰ ਰਹੇ ਹਾਂ ਤੇ ਉਹ ਗੜਬੜ ਹੋ ਰਹੀ ਹੈ, ਜਿਹੜੀ ਕਿ ਸਿੱਖਾਂ ਨੂੰ ਕਈ ਵਾਰੀ ਮਹਿੰਗੀ। ਇਹ ਤਾਂ ਇਹ ਸਵਾਲ ਹੋ ਗਿਆ। ਸਵਾਲ ਦੂਜਾ ਇਹ ਹੁਣ ਹੋ ਗਿਆ ਦੂਸਰੇ ਲੈਵਲ ਤੇ ਜਿਹੜਾ ਤੁਸੀਂ ਕਿਹਾ ਵੀ ਇਹ ਵਚਨਬੱਧ ਵਾਲੀ ਪੰਜਾਬ ਦੇ ਮੰਗਾਂ ਵਾਲੀ ਇਹੋ ਜਿਹੀ ਅਵਾਲ ਦੇ ਵਿੱਚੋਂ ਕੋਈ ਲੀਡਰ ਨਿਕਲੀ ਨਹੀਂ। ਪਿਛਲੇ 5-7 ਜਿਹੜੇ ਵਾਕਿਆਤ ਤੇ ਵਾਰਦਾਤਾਂ ਇਹੋ ਜਿਹੇ ਵਾਕਿਆਤ ਹੋਏ ਆ, ਉਹਨਾਂ ਵਿੱਚੋਂ ਕੋਈ ਨਹੀਂ ਨਿਕਲੀ ਹਜੇ ਤੱਕ, ਜਿਹੜੀ ਆਪਾਂ ਕਈ ਵਾਰ ਗਿਣ ਚੁੱਕੇ ਆ। ਚੱਬੇ ਚੋਂ ਨਹੀਂ ਨਿਕਲੀ ਕਿਸੇ ਚੋਂ। ਸਵਾਲ ਇਹ ਹੈ ਵੀ ਤੁਸੀਂ ਇਹ ਜਿਹੜਾ ਅਵਾਲ ਹੈ ਇਸ ਕਿਸਮ ਦਾ, ਬਿਨਾਂ ਸੋਚੇ ਸਮਝੇ, ਤੇ ਇਸ ਕਿਸਮ ਦੇ ਵਿੱਚੋਂ ਤੁਸੀਂ ਲੀਡਰਸ਼ਿਪ ਨਿਕਲਦੀ ਹੈ ਤਾਂ ਫੇਰ ਹੀ ਗੱਲ ਹੁੰਦੀ ਹੈ। ਲੀਡਰਸ਼ਿਪ ਤਾਂ ਨਿਕਲਦੀ ਹੈ ਜਿਵੇਂ ਫਰਜ਼ ਕੀਤਾ ਵੀ ਤੁਸੀਂ ਸਸਟੇਨਡ ਲਗਾਤਾਰ ਇੱਕ ਸਟਰਗਲ ਕਰ ਰਹੇ ਹੋ, ਤੇ ਉਹਦੇ ਨਾਲ ਫਿਰ ਬੰਦੇ ਜੁੜਦੇ ਆ, ਪਹਿਲੀ ਲੇਅਰ ਦੂਜੀ ਲੇਅਰ ਇਸ ਕਿਸਮ ਦੀ ਲੀਡਰਸ਼ਿਪ ਦੀ ਜੁੜਦੇ ਆ, ਤੇ ਇਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਵਚਨਬੱਧਤਾ ਦੀ ਤੇ ਤੁਹਾਡੇ ਬਹੁਤ ਸਬਰ ਤੇ ਸੰਤੋਖ ਦੀ ਤੇ ਤੁਹਾਡੇ ਅੰਦਰ ਉਹ ਵੱਡਾ ਮਾਦਾ ਹੋਣਾ ਚਾਹੀਦਾ ਜਿਹੜਾ ਕਿ ਤੁਸੀਂ ਸਟੇਟ ਉਧਰ ਲੰਬਾ ਸਮਾਂ ਲੜ ਸਕੋ। ਉਹ ਨਹੀਂ ਦਿਖਾਉਂਦਾ। 1-2 ਦਿਨ ਦਾ ਕਿਤੇ ਉਬਾਲ ਆਇਆ, ਉਹ ਉਬਾਲ ਆ ਕੇ ਨਿਕਲ ਜਾਂਦਾ। ਇਸੇ ਕਰਕੇ ਲੀਡਰਸ਼ਿਪ ਨਹੀਂ ਨਿਕਲ ਰਹੀ। ਪੰਜਾਬ ਦੀਆਂ ਮੰਗਾਂ ਦੇ ਲਈ ਅਸੀਂ ਰੋਜ਼ ਗੱਲਾਂ ਕਰਦੇ ਆ, ਬਹੁਤੇ ਲੋਕ ਇੱਥੇ ਸਟੇਜਾਂ ਤੇ, ਉਹ ਪੰਜਾਬ ਦੀਆਂ ਮੰਗਾਂ ਲਈ ਲਗਾਤਾਰ ਨਹੀਂ ਲੜ ਰਹੇ, ਕਿਉਂਕਿ ਲਗਾਤਾਰ ਲੜ ਕੇ ਕਿਸੇ ਮੰਗ ਨੂੰ ਮਨਾਉਣਾ ਬਹੁਤ ਔਖਾ ਕੰਮ ਹੁੰਦਾ। ਨਹੀਂ ਇੱਕੋ ਦਮ ਹੌਟ ਹੈਡਡ ਹੋ ਕੇ ਗਰਮ ਖੂਨ ਦੇ ਵਿੱਚ ਕੋਈ ਸ਼ਹੀਦੀ ਵੀ ਪਾ ਲੈਣਾ, ਉਹਦੇ ਨਾਲੋਂ ਵੀ ਕਿਸਾਨ ਅੰਦੋਲਨ ਤਾਂ ਹੁਣ ਲਗਾਤਾਰ ਹੋਇਆ, 380 ਦਿਨ ਚੱਲਿਆ। ਬਿਲਕੁਲ। ਹੁਣ ਕੀ ਹੋਇਆ, ਹੁਣ ਗੱਲ ਇਹ ਹੋਈ ਹੈ ਵੀ ਸਿੱਖ ਲੀਡਰਸ਼ਿਪ ਵਿੱਚੋਂ, ਜਿਵੇਂ ਪਹਿਲਾਂ ਇੱਕ ਟ੍ਰੈਡੀਸ਼ਨ ਰਹੀ ਆ, ਬੜੀ ਪੁਰਾਣੀ ਟ੍ਰੈਡੀਸ਼ਨ ਹੈ ਸਿੱਖਾਂ ਵਿੱਚ, ਇੱਕ ਲੀਡਰਸ਼ਿਪ ਹੁੰਦੀ ਸੀ, ਉਹ ਧਰਨੇ ਵੀ ਦਿੰਦੀ ਸੀ। ਸਾਡੇ ਗਦਰੀ ਬਾਬੇ ਕਿੰਨਾ ਚਿਰ ਕਿਤੇ ਕਿਸੇ ਜਾ ਕੇ ਕਾਲੇ ਪਾਣੀਆਂ ਤੱਕ ਰਹੇ, ਸਾਲਾਂ ਬੱਧੀ ਰਹੇ, ਕਿ ਮਾਫੀ ਮੰਗ ਕੇ ਨਹੀਂ ਆਇਆ, ਕੋਈ ਵਾਪਸ ਨਹੀਂ ਆਇਆ, ਕੋਈ ਵੀਰ ਸਰਵਾਰਕਰ ਵਾਂਗੂ ਇਸ ਕਿਸਮ ਦੇ ਕੋਈ ਲਿਖ ਕੇ ਮਾਫੀਨਾਮੇ ਨਹੀਂ ਦਿੱਤੇ ਕਿਸੇ ਨੇ ਵੀ, ਇਹ ਕੋਈ ਹਿਸਟਰੀ 'ਚ ਨਹੀਂ ਹੈ। ਹੁਣ ਕਿਹੜਾ ਉਹਨਾਂ ਮੰਗਾਂ ਲਈ ਜਾਂ ਪੰਜਾਬ ਦੀਆਂ ਮੰਗਾਂ ਲਈ ਲੜ ਰਿਹਾ? ਹੁਣ ਤਾਂ ਸਿਰਫ ਕਿਸਾਨ ਰਹਿ ਗਏ। ਬੇਸ਼ੱਕ ਉਹ ਸਿੱਖ ਹੈ ਕਿਸਾਨ ਬਹੁਤੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਕਿਸਾਨੀ ਰਹਿ ਗਈ ਜਿਹੜੀ ਸਿੱਖਾਂ ਦੀ ਪੋਲੀਟੀਕਲ ਲੀਡਰਸ਼ਿਪ ਚਾਹੀਦੀ ਸੀ। ਜੇ ਕਿਸਾਨਾਂ ਵਾਲੇ ਪਾਸੇ ਨਾ ਹੋ ਤਾਂ ਕੋਈ ਲੀਡਰਸ਼ਿਪ ਨਹੀਂ। ਉਹਨਾਂ ਨੂੰ ਲੀਡ ਕਰ ਰਿਹਾ ਕੌਮਨਿਸਟ। ਕਿਸਾਨਾਂ ਦੇ ਬਹੁਤੇ ਲੀਡਰਸ਼ਿਪ ਸਾਹਿਬ 2 ਲੈਵਲ ਤੇ ਹੈ ਨਾ। ਇੱਕ ਤਾਂ ਜਿਹੜੀ ਤੁਸੀਂ ਸਿੱਖ ਭਾਈਚਾਰੇ ਦੀ ਗੱਲ ਕਰ ਰਹੇ, ਇੱਕ ਪੰਜਾਬ ਦੀ ਲੀਡਰਸ਼ਿਪ ਵੀ ਤਾਂ ਸਮੁੱਚੀ ਜੁੜੀ ਹੋਈ ਹੈ ਨਾ, ਕਿਉਂਕਿ ਸਿੱਖ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਵੱਖਰਾ ਕਰਕੇ ਨਹੀਂ ਦੇਖਿਆ ਜਾ ਰਿਹਾ ਪਿਛਲੇ ਸਮੇਂ 'ਚ। ਇੱਕ ਪ੍ਰੋਬਲਮ ਇਹ ਆ ਗਈ ਹੈ ਜਿਹੜੀ ਕਿ ਸਾਨੂੰ ਇਸ ਰਿਐਲਿਟੀ ਨੂੰ ਮੰਨਣਾ ਪਊਗਾ।
ਹੈ ਇਹ ਬਦਕਿਸਮਤੀ ਵਾਲੀ ਗੱਲਬਾਤ ਵੀ ਇੱਥੇ 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 ਜਿਹੜੇ ਪੰਜਾਬ ਦੇ ਭਾਈਚਾਰੇ ਉਹ ਇਕੱਠੇ ਹੋ ਕੇ ਸਾਰੇ ਲੜੇ ਨਹੀਂ, ਇੱਕੋ ਇੱਕ ਭਾਈਚਾਰਾ ਲੜਦਾ ਰਿਹਾ। ਉਹ ਬਦਕਿਸਮਤੀ ਆ ਵੀ ਦੂਜਾ ਭਾਈਚਾਰਾ ਕਿਤੇ ਦਿੱਲੀ ਜਾਂ ਉਹਦੇ ਨਾਲ ਸੈਂਟਰਲ ਗਵਰਨਮੈਂਟ ਨਾਲ ਰਲਦਾ ਰਿਹਾ ਬਹੁਤਾ ਚਿਰ। ਘੱਟ ਬੰਦੇ ਉਧਰੋਂ ਆਉਂਦੇ ਆਏ ਨਹੀਂ ਹੈ ਵੀ ਕਿਤੇ ਬੰਦੇ ਲੜਦੇ ਨਹੀਂ ਉਧਰੋਂ ਵੀ, ਪਰ ਮੈਜੋਰਿਟੀ ਇੱਕ ਦੇ ਖਾਤੇ 'ਚ ਪੈ ਜਾਂਦੀ ਹੈ। ਐਸਐਸ ਸਾਹਿਬ, ਹੁਣ ਜਦੋਂ ਕੇਂਦਰ ਸਰਕਾਰ ਨੇ ਫੈਸਲਾ ਲਿਆ ਜਿਹੜਾ BBMP ਬਾਰੇ ਔਰ ਉਹਨਾਂ ਦੀ ਸੁਰੱਖਿਆ ਜਿਹੜੀ ਸਾਰਾ ਕੰਟਰੋਲ ਕੇਂਦਰ ਕੋਲ ਲੈਣ ਬਾਰੇ, ਉਹਦੇ ਸੁਨੀਲ ਜਾਖੜ ਸਭ ਤੋਂ ਪਹਿਲਾਂ ਬੋਲਿਆ ਔਰ ਉਹ ਅੱਗੇ ਹੋ ਕੇ ਅਜੇ ਤੱਕ ਵੀ ਬੋਲ ਰਹੇ ਸਾਰੇ ਪੰਜਾਬ ਨੂੰ। ਉਹ ਕਹਿੰਦੇ ਕਿ ਇਕੱਠਾ ਹੋ ਕੇ ਇਹਦੇ ਖਿਲਾਫ ਖੜੇ ਹੋਣਾ ਚਾਹੀਦਾ, ਤਾਂ ਉਹ ਹੁਣ ਉਹਦੇ ਵਿੱਚ ਸਿੱਖ ਲੀਡਰਸ਼ਿਪ ਵੀ ਉਹਦੇ ਪਿੱਛੇ ਖੜੀ ਨਜ਼ਰ ਆਉਂਦੀ ਹੈ। ਨਹੀਂ, ਉਹ ਵੇਖੋ, ਇੱਕ ਤਾਂ ਇਹ ਬਿਲਕੁਲ ਠੀਕ ਹੈ ਗੱਲ ਵੀ ਉਹਨੇ ਪਹਿਲਾਂ ਹੋ ਕੇ ਚੱਕਿਆ, ਪਰ ਪਹਿਲਾਂ ਉਹਨੇ ਇਹ ਵੀ ਚੱਕਿਆ ਵੀ ਮੈਂ ਪੰਜਾਬ ਦਾ ਚੀਫ ਮਿਨਿਸਟਰ ਬਣ ਜਾਂਦਾ ਤੇ ਪਰ ਮੈਂ ਮੇਰੇ ਸਿਰ ਤੇ ਪੱਗ ਨਹੀਂ ਸੀ। ਇਹ ਵੀ ਕੁਛ 1 ਮਹੀਨਾ ਪਹਿਲਾਂ ਹੀ ਕਹਿ ਕੇ ਹਟਿਆ। ਇਹ ਜਿਹੜੀਆਂ ਵਿਰੋਧਾਭਾਸ ਵਾਲੀਆਂ ਗੱਲਾਂ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਇਹ ਨਹੀਂ ਕਹਿੰਦਾ ਵੀ ਦੂਜੇ ਪਾਸੇ ਕੋਈ ਆਉਂਦਾ ਹੀ ਨਹੀਂ, ਪਰ ਮੈਜੋਰਿਟੀ ਗੱਲ ਜਿਹੜੀ ਪੰਜਾਬ ਦਾ ਇੱਕ ਪਰਸੈਪਸ਼ਨ ਮੈਜੋਰਿਟੀ ਦਾ ਬਣਿਆ, ਪਰਸੈਪਸ਼ਨ ਮੈਜੋਰਿਟੀ ਦਾ ਨਹੀਂ, ਕੁਝ ਪ੍ਰੈਕਟੀਕਲ ਰੂਪ 'ਚ ਬਣਿਆ। ਇਹ ਸਾਰੇ ਰੌਲੇ ਦੇ ਵਿੱਚੋਂ ਇਹ ਬਦਕਿਸਮਤੀ ਨਾਲ ਡਿਵਾਈਡ ਕੀਤੀ ਗਈ। ਉਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਉਹ ਬਦਕਿਸਮਤੀ ਨਾਲ ਡਿਵਾਈਡ ਕੀਤੀ ਗਈ, ਆਜ਼ਾਦੀ ਤੋਂ ਬਾਅਦ ਹੀ ਇਹ ਡਿਵਾਈਡ ਕੀਤੀ ਗਈ। ਤੇ ਇਸ ਡਿਵਾਈਡ ਉੱਤੇ ਅੰਗਰੇਜ਼ਾਂ ਵਾਲੀ ਵੰਡੋ ਤੇ ਰਾਜ ਕਰੋ ਵਾਲੀ ਪਾਲਿਸੀ ਉੱਤੇ ਪਹਿਲੀਆਂ ਵਾਲੀਆਂ ਕਾਂਗਰਸ ਨੇ ਵੀ ਇਸੇ ਕਿਸਮ ਦਾ ਹੀ ਰਾਜ ਕੀਤਾ ਪੰਜਾਬ ਤੇ ਲੰਬਾ ਸਮਾਂ। ਤੇ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਹੁਣ ਰਹੇਗੀ ਗੱਲਬਾਤ ਵੀ ਪੰਜਾਬ ਦੀਆਂ ਮੰਗਾਂ ਲਈ ਜਿਹੜੀ ਫੈਡਰਲ ਢਾਂਚੇ ਲਈ ਅਕਾਲੀ ਲੜਦੇ ਸੀ, ਉਹ ਵੀ ਪਿੱਛੇ ਹੋ ਕੇ ਬਹਿ ਗਏ। ਫੈਡਰਲ ਢਾਂਚੇ ਲਈ ਕੋਈ ਪਾਰਟੀ ਲੜਦੀ ਸੀ, ਅਕਾਲੀ ਦਲ ਤਾਂ ਨੈਸ਼ਨਲਿਸਟ ਪਾਰਟੀ ਹੋ ਗਿਆ ਟੋਟਲ, ਹੁਣ ਜਿਵੇਂ BJP ਦੇ ਨਾਲ ਵਾਲਿਆ। ਲੈਫਟ ਵਾਲੇ ਬੰਦੇ ਹਜੇ ਉਹ ਇੱਕ ਆਪਦੇ ਇਸ ਕਿਸਮ ਦੀ ਪੋਲੀਟੀਕਲ ਲੈਵਲ ਦੀ ਲੜਾਈ ਦੇ ਰਹੇ ਆ, ਪਰ ਕਿਸਾਨ ਜਥੇਬੰਦੀਆਂ ਤੱਕ ਹੀ ਸੀਮਤ ਹੈ ਉਹਨਾਂ ਦੀ। ਉਹ ਤੋਂ ਅੱਗੇ ਹਜੇ ਜਦੋਂ ਵੱਡੀ ਲੜਾਈ 'ਚ ਹੈਗੇ ਸ਼ਾਮਲ, ਪਰ ਜਦੋਂ ਹੋਣਗੇ ਉਦੋਂ ਪਤਾ ਲੱਗੂਗਾ। ਤੇ ਬਾਕੀ ਹੋਰ ਕਾਂਗਰਸ ਜਿਹੜੀ ਇੱਕ ਕੇਂਦਰੀ ਸੈਂਟਰਿਸਟ ਪਾਰਟੀ ਹੈ, ਉਹ ਲੋੜ ਪੈਣ ਤੇ ਇੱਥੇ ਆਪਦਾ ਅਪਰਚੂਨਿਸਟਿਕ ਤਰੀਕੇ ਨਾਲ ਆਪਦਾ ਨਾਰਾ ਰੀਜਨਲਵਾਦ ਦਾ ਵੀ ਲਾ ਦਿੰਦੀ ਹੈ, ਪੰਜਾਬ ਦੀਆਂ ਮੰਗਾਂ ਦਾ ਵੀ ਲਾ ਦਿੰਦੀ ਹੈ। ਪਰ ਜਿਹੜੇ ਬੰਦਿਆਂ ਨੂੰ ਲੜਨਾ ਚਾਹੀਦਾ, ਇੱਕ ਲੰਬਾ ਇਤਿਹਾਸ ਰਿਹਾ, ਉਹ ਨਹੀਂ ਲੜ ਰਹੇ। ਉਹ ਇਸ ਕਰਕੇ ਇਹ ਤਾਂ ਸੱਤਾ ਵਾਲੇ ਆ, ਤੇ ਇਸ ਕਰਕੇ ਜਿਹੜਾ ਕੇਂਦਰੀਵਾਦ ਹੋ ਰਿਹਾ, ਫੈਡਰਲਿਜ਼ਮ ਹੋ ਰਿਹਾ, ਜਿਵੇਂ ਸਾਊਥ ਦੇ ਵਿੱਚ ਸਟਾਲਨ ਨੇ ਤਾਮਿਲਨਾਡੂ ਦੇ ਚੀਫ ਮਿਨਿਸਟਰ ਨੇ ਕਰਤਾ ਹੈ, ਇਸ ਕਿਸਮ ਦਾ ਵਚਨਬੱਧਤਾ ਵਾਲੀ ਲੜਾਈ ਜਿਹੜੀ ਪੰਜਾਬ 'ਚੋਂ ਚੱਲਣੀ ਚਾਹੀਦੀ ਹੈ। ਇਦੋਂ ਵੱਧ ਤਾਂ ਵੈਸਟ ਬੰਗਾਲ 'ਚ ਵੀ ਚੱਲ ਰਹੀ ਹੈ, ਹੋਰ ਵੀ ਕਈ ਸਟੇਟਾਂ 'ਚ ਚੱਲ ਰਹੀ ਹੈ, ਸਾਰੀਆਂ 'ਚ। ਜਿੱਥੋਂ ਅਸੀਂ ਤਾਂ ਬਹੁਤ ਸ਼ੁਰੂਆਤ ਕੀਤੀ ਸੀ ਕਿ ਨਾ ਫੈਡਰਲਿਜ਼ਮ ਦੀ ਜਾਂ ਪੰਜਾਬ ਦੇ ਸਿਰ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਦੁਬਾਰਾ। ਇਹ ਚਾਹਨਾ ਜੀ, ਜਿਸ ਤਰ੍ਹਾਂ ਹੁਣ ਪੰਜਾਬ 'ਚ ਸਥਿਤੀ ਬਣੀ ਹੈ ਕਿ ਕੇਂਦਰ ਦੇ ਦੇਖੋ ਅੱਗੇ ਵੀ ਬੜੀ ਲੰਬੀ ਸੂਚੀ ਹੈਗੀ ਹੈ, ਜਿਹਦੇ 'ਚ ਕੇਂਦਰ ਨੇ ਪੰਜਾਬ ਨਾਲ ਧੱਕੇ ਕੀਤੇ ਜਾਣ ਦੀ ਗੱਲ ਬਾਰ-ਬਾਰ ਉੱਠਦੀ ਰਹੀ ਹੈ ਔਰ ਉਹਦੇ ਖਿਲਾਫ ਮੋਰਚੇ ਵੀ ਲੱਗਦੇ ਰਹੇ, ਚਾਹੇ ਉਹ ਚੰਡੀਗੜ੍ਹ ਦਾ ਮਾਮਲਾ ਹੈ, ਚਾਹੇ ਇਲਾਕਿਆਂ ਦਾ ਮਾਮਲਾ ਹੈ, ਚਾਹੇ ਪਾਣੀਆਂ ਦਾ ਮਾਮਲਾ ਹੈ, ਵੱਖ-ਵੱਖ। ਤਾਂ ਹੁਣ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਜਿਹੜੇ ਹੁਣ ਫੈਸਲੇ ਲਏ ਹੈ, ਖਾਸ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਨਾਲ ਸੰਬੰਧਿਤ, ਤੇ ਉਹਨਾਂ ਦੀ ਜਿਹੜੀ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਦੇ ਹੱਥ 'ਚ ਲੈਣੀ, ਮਤਲਬ ਇੱਕ ਤਰ੍ਹਾਂ ਇੱਕ ਸੰਘੀ ਢਾਂਚੇ ਨੂੰ ਜਿਸ ਤਰ੍ਹਾਂ ਸੱਟ ਮਾਰੀ ਗਈ ਹੈ। ਔਰ ਉਹਦੇ ਖਿਲਾਫ ਜੇ ਪੰਜਾਬ 'ਚੋਂ ਕੋਈ ਉੱਠਿਆ, ਬੇਸ਼ੱਕ ਕਿਸਾਨ ਜਥੇਬੰਦੀਆਂ ਉੱਠੀਆਂ, ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਜੇ ਖੇਤੀ ਕਾਨੂੰਨ ਵਾਪਸ ਲਏ ਤਾਂ ਉਹਦਾ ਸਾਡੇ ਤੋਂ ਬਦਲਾ ਲਿਆ ਜਾ ਰਿਹਾ। ਮਤਲਬ ਇਹ ਸਾਰਾ ਜਿਹੜਾ ਇੱਕ ਤਾਂ ਇਹ ਪੱਖ ਹੈ। ਦੂਸਰਾ ਪੱਖ ਇਹ ਹੈ ਕਿ ਅਸੀਂ ਦੇਖਦੇ ਹਾਂ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਤਾਮਿਲਨਾਡੂ 'ਚ ਸਟਾਲਨ ਹੋਣੀ, ਜਿਸ ਤਰ੍ਹਾਂ ਫੈਡਰਲਿਜ਼ਮ ਦੀ ਗੱਲ ਕਰ ਰਹੇ ਆ, ਇਸ ਤਰ੍ਹਾਂ ਹੀ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਕਰ ਰਹੀ ਹੈ। ਮਹਾਰਾਸ਼ਟਰ 'ਚ ਜਿਹੜਾ ਸ਼ਿਵ ਸੈਨਾ ਦੀ ਅਗਵਾਈ ਵਾਲਾ ਵਿਕਾਸ ਅਗਾੜੀ ਗੱਠਜੋੜ ਹੈ ਜਿਹੜਾ, ਉਹ ਕਰ ਰਿਹਾ ਹੈਗਾ। ਸੋ ਇਹ ਸਾਰੀ ਸਥਿਤੀ ਜਿਹੜੀ ਵੱਖ-ਵੱਖ ਬਣ ਰਹੀ ਹੈ, ਤੁਸੀਂ ਇਸ ਨੂੰ ਕਿਹਨਾਂ ਅਰਥਾਂ 'ਚ ਲੈ ਰਹੇ, ਖਾਸ ਕਰਕੇ ਪੰਜਾਬ ਦੇ ਵਿੱਚ ਜੋ ਕੁਝ ਹੁਣ ਇਸ ਵੇਲੇ ਹੋਇਆ? ਦੇਖੋ ਜਿੰਦੂ ਸਾਹਿਬ, ਸੰਘਰਸ਼ ਦਾ ਨਾ ਆਪਣਾ ਇੱਕ ਸਿਧਾਂਤ ਹੈਗਾ। ਸੰਘਰਸ਼ ਇਹ ਹਮੇਸ਼ਾ ਇਹ ਨਹੀਂ ਹੁੰਦਾ ਹੈਗਾ ਕਿ ਬਹੁਤ ਸਾਰੇ ਲੋਕ ਲੱਖਾਂ ਦੀ ਗਿਣਤੀ 'ਚ ਇੱਕੋ ਵਾਰੀ ਕੁੱਦ ਜਾਣ ਕੋਈ ਇੱਕ ਇਸ਼ੂ ਲੈ ਕੇ, ਉਸੇ ਨੂੰ ਸੰਘਰਸ਼ ਕਹਿੰਦੇ ਆ। ਔਰ ਇਹ ਇਸੇ ਤਰ੍ਹਾਂ ਹੀ ਨਾ ਬਾਈ ਪਾਰਟਸ ਜਿਹੜਾ ਨਾ ਉਹ ਹੌਲੀ ਹੌਲੀ ਡਿਵੈਲਪ ਹੁੰਦਾ ਆ। ਛੋਟੀ ਮੰਗ ਦੇ ਉੱਤੇ ਪਹਿਲਾਂ ਲੜਾਈ ਲੜੀ ਜਾਂਦੀ ਆ, ਉਹ ਇੱਕ ਸੈਕਸ਼ਨ ਲੜਦਾ ਆ, ਫਿਰ ਦੂਜੇ ਸੈਕਸ਼ਨ ਜਿਹੜਾ ਨਾ ਉਹ ਲੜਦਾ ਆ, ਆਪਣੀ ਮੰਗ ਦੇ ਉੱਤੇ ਲੜਦਾ ਆ। ਉਹ ਜਦੋਂ ਸੰਘਰਸ਼ ਉੱਠਦਾ ਰਹਿੰਦਾ ਹੌਲੀ ਹੌਲੀ, ਜਾਣੀ ਕੁਆਂਟਿਟੀ ਵੱਧਦੀ ਜਾਂਦੀ ਆ ਨਾ, ਫਿਰ ਉਹ ਕੁਆਲਿਟੀ ਦੇ ਵਿੱਚ ਚੇਂਜ ਹੋਣਾ ਸ਼ੁਰੂ ਹੁੰਦਾ, ਜਦੋਂ ਇਹ ਸੈਂਸ ਡਿਵੈਲਪ ਹੁੰਦੀ ਆ ਕਿ ਅਸਲ ਦੇ ਵਿੱਚ ਇਹਨਾਂ ਸਾਰਿਆਂ ਤਕਲੀਫਾਂ, ਦੁੱਖਾਂ ਤੇ ਸਮੱਸਿਆਵਾਂ ਦੀ ਜੜ ਕਿਸੇ ਇੱਕ ਜਗ੍ਹਾ ਤੇ ਆ।
ਔਰ ਫਿਰ ਉਹ ਇੱਕ ਸਾਂਝੇ ਸੰਘਰਸ਼ ਦਾ ਜਿਹੜਾ ਨਾ ਰੂਪ ਲੈਂਦਾ ਆ। ਫਿਰ ਉਹ ਅੱਗੇ ਵੱਧਦਾ, ਫਿਰ ਉਹ ਇੱਕ ਸਿਸਟਮ ਨੂੰ ਹਿਲਾਉਣ ਵੱਲ ਨੂੰ ਜਿਹੜਾ ਨਾ ਹਿਲਾਉਣ ਦਾ ਇੱਕ ਸਿਸਟਮ ਨੂੰ ਹਿਲਾਉਣਾ ਦੇਣ ਦਾ ਕੰਮ ਕਰਦਾ ਹੈ। ਲੇਕਿਨ ਉਹ ਜੇ ਸਪੌਂਟੇਨੀਅਸਲੀ ਹੋਵੇ ਉਹਦਾ ਰਿਜ਼ਲਟ ਕੋਈ ਨਹੀਂ ਨਿਕਲਦਾ। ਜੇ ਉਹਦਾ ਉਹ ਬਕਾਇਦਾ ਇੱਕ ਸੂਤਰਬੱਧ ਢੰਗ ਦੇ ਨਾਲ ਇੱਕ ਡਿਸਿਪਲਿਨਡ ਪਾਰਟੀ ਜਾਂ ਡਿਸਿਪਲਿਨਡ ਲੀਡਰਸ਼ਿਪ ਦੇ ਅਗਵਾਈ ਦੇ ਵਿੱਚ ਲੜਿਆ ਜਾਂਦਾ ਹੋਵੇ ਤਾਂ ਉਹ ਕੁਝ ਅਚੀਵ ਕਰਨ ਦੇ ਸਮਰੱਥ ਹੁੰਦਾ। ਮੈਂ ਹੁਣ ਜਿਹੜੀ ਆ ਤੁਸੀਂ ਗੱਲ ਉਠਾਈ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਜਿਹੜਾ ਨਾ ਪੰਜਾਬ ਨੂੰ ਬਾਹਰ ਕਰਤਾ ਜਾਂ ਹਰਿਆਣੇ ਦੇ ਪ੍ਰਤੀਨਿਧ ਨੂੰ ਹੁਣ ਉਹ ਬਿਲਕੁਲ ਹੀ ਸਿਸਟਮ ਹੀ ਚੇਂਜ ਕਰ ਦਿੱਤਾ। ਔਰ ਇਹਦਾ ਮਤਲਬ ਇਹ ਨਹੀਂ ਹੈ, ਇਹ ਠੀਕ ਹੈ ਗੱਲ ਕਿ ਜਿਸ ਲੈਵਲ ਤੇ ਇਹਦਾ ਵਿਰੋਧ ਹੋਣਾ ਚਾਹੀਦਾ ਸੀ ਉਸ ਲੈਵਲ ਦੇ ਉੱਤੇ, ਪੋਲੀਟੀਕਲ ਲੈਵਲ ਦੇ ਉੱਤੇ ਜਿਸ ਲੈਵਲ ਤੇ ਵਿਰੋਧ ਹੋਣਾ ਚਾਹੀਦਾ ਸੀਗਾ ਉਹ ਨਹੀਂ ਹੋ ਰਿਹਾ। ਕਿਸਾਨਾਂ ਦਾ ਇੱਕ ਸੈਕਸ਼ਨ ਜਾਂ ਕਿਸਾਨ ਕਰ ਰਹੇ ਆ, ਲੇਕਿਨ ਹੋ ਕੀ ਰਿਹਾ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹਦੇ ਤੇ ਕੋਈ ਅਜੇ ਤੱਕ ਉਹਨਾਂ ਵੱਲੋਂ ਬਿਆਨ ਨਹੀਂ ਆਇਆ, ਉਹਨਾਂ ਨੇ ਕੁਝ ਨਹੀਂ ਕਿਹਾ। ਹਾਂ, ਮੈਂ ਉਹੀ ਗੱਲ ਜਿਹੜੀ ਨਾ ਉਹ ਕਹਿਣਾ ਚਾਹੁੰਦਾ ਆ ਕਿ ਜੇ ਇਸ ਮਸਲੇ ਦੇ ਉੱਤੇ ਜਿਹੜਾ ਕਿ ਬਹੁਤ ਵੱਡਾ ਮਸਲਾ ਪੰਜਾਬ ਤੋਂ ਇੱਕ ਚੀਜ਼ ਕਰਕੇ ਖੋਈ ਜਾ ਰਹੀ ਆ, ਉਹਦਾ ਮਤਲਬ ਇਹ ਨਹੀਂ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜੇ ਇਹਦੇ ਤੇ ਰਿਐਕਸ਼ਨ ਛੋਟਾ ਹੋਇਆ ਤਾਂ ਲੋਕਾਂ ਦੇ ਅੰਦਰ ਕੋਈ ਗੁੱਸਾ ਨਹੀਂ ਹੈ। ਪ੍ਰੈਕਟੀਕਲੀ ਜਦੋਂ ਦੇਖੀਏ ਕਿ ਸੰਘਰਸ਼ ਦੇ ਪੜਾਅ ਹੁੰਦੇ ਆ, ਜਦੋਂ ਇੱਕ ਸੰਘਰਸ਼ ਦੇ ਵਿੱਚ ਉਹਦੇ ਲੋਕ ਲੰਘਦੇ ਆ ਤਾਂ ਉਸ ਤੋਂ ਬਾਅਦ ਇੱਕ ਐਸੀ ਸਟੇਜ ਆਉਂਦੀ ਹੀ ਆ ਜਦੋਂ ਲੱਗਦਾ ਆ ਕਿ ਹੁਣ ਸੰਘਰਸ਼ ਜਿੱਤਣ ਤੋਂ ਬਾਅਦ ਥੋੜਾ ਜਿਹਾ ਨਾ ਇੱਕ ਸੰਘਰਸ਼ ਉਸ ਲੈਵਲ ਦਾ ਨਹੀਂ ਰਹਿੰਦਾ, ਦਿਖਾਈ ਨਹੀਂ ਦਿੰਦਾ ਕਿ ਉਹ ਸੰਘਰਸ਼ ਲੜਿਆ ਜਾ ਰਿਹਾ। ਹੁਣ ਇਹ ਆ ਕਿ ਇਹਦਾ ਮਤਲਬ ਬਿਲਕੁਲ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਨਹੀਂ ਆਈ ਕਿ ਉਹਨਾਂ ਦੇ ਨਾਲ ਧੱਕਾ ਹੋਇਆ। ਉਹ ਰਿਐਕਟ ਕਿੱਦਾਂ ਕਰਦੇ ਆ ਔਰ ਉਹ ਫਿਰ ਉਹੀ ਆਉਂਦਾ ਹੈ ਕਿ ਜੇ ਇੱਕ ਜਾਗਰੂਕ ਤੇ ਸਿਆਣੀ ਲੀਡਰਸ਼ਿਪ ਦਾ ਖਲਾ ਨਾ ਹੁੰਦਾ ਤਾਂ ਇਹਦੇ ਤੇ ਬਹੁਤ ਤਿੱਖਾ ਰਿਐਕਸ਼ਨ ਹੁੰਦਾ, ਜਿੱਦਾਂ ਦੀ ਇਹ ਗੱਲ ਵਾਪਰੀ ਆ। ਹੋਇਆ ਨਹੀਂ, ਇੰਡੀਵਿਜੂਅਲ ਲੈਵਲ ਦੇ ਉੱਤੇ ਚਲੋ ਕਿਸੇ ਇੱਕ ਲੀਡਰ ਨੇ ਉਠਾ ਲਈ ਗੱਲ ਜਾਂ ਇੱਕ ਸੈਕਸ਼ਨ ਜਿਹੜਾ ਲੜਾਈ ਚੋਂ ਨਿਕਲ ਕੇ ਆ ਰਿਹਾ ਸੀ ਉਹਨੇ ਫਿਰ ਦੁਬਾਰਾ ਉਸ ਨੂੰ ਚੁੱਕਿਆ। ਔਰ ਲੜਾਈ ਦੀ ਲੋਕਾਂ ਦੀ ਲੜਾਈ ਦਾ ਇੱਕ ਜਿੱਦਾਂ ਨਾ ਕਿ ਹਰ ਚਾਹੇ ਇੰਡੀਵਿਜੂਅਲ ਹੋਵੇ ਚਾਹੇ ਉਹ ਸੰਘਰਸ਼ ਹੋਵੇ ਔਰ ਉਹਨੂੰ ਇੱਕ ਸਟੇਜ ਤੋਂ ਬਾਅਦ ਉਹਨੂੰ ਸਾਹ ਲੈਣ ਦਾ ਮੌਕਾ ਮਿਲਣਾ ਹੀ ਹੁੰਦਾ, ਉਹਨੇ ਇੱਕ ਸਾਹ ਲੈਣ ਦਾ ਮੌਕਾ ਅਵੇਲ ਕਰਨਾ ਹੀ ਹੁੰਦਾ ਆ ਔਰ ਉਹ ਫਿਰ ਦੁਬਾਰਾ ਉੱਠਦਾ, ਉਹਦੀ ਕੁਆਲਿਟੀ ਹੋਰ ਹੁੰਦੀ ਆ। ਔਰ ਜਿਸ ਲੈਵਲ ਤੋਂ ਉਹ ਸੰਘਰਸ਼ ਤੋਂ ਦੂਜੇ ਪੜਾਅ ਵਿੱਚ ਐਂਟਰ ਕਰਦਾ ਆ, ਉਹ ਜਿਹੜਾ ਸਾਨੂੰ ਲੱਗਦਾ ਨਾ ਕਿ ਹਾਂ ਸ਼ਾਂਤੀ ਜੀ ਦਾ ਪੀਰੀਅਡ ਹੈਗਾ, ਅਸਲ ਦੇ ਵਿੱਚ ਉਹ ਸੰਘਰਸ਼ ਆਪਣੇ ਆਰਾਮ ਦੀ ਮੁਦਰਾ ਦੇ ਵਿੱਚੋਂ ਆਪਣੀ ਕੁਆਲਿਟੀ ਨੂੰ ਉੱਪਰ ਲਿਜਾਣ ਦੇ ਜਿਹੜਾ ਨਾ ਉੱਪਰ ਲਿਜਾ ਰਿਹਾ ਹੁੰਦਾ। ਹੁਣ ਜਦੋਂ ਦੁਬਾਰਾ ਹੁਣ ਦੇਖੋ ਤੁਸੀਂ ਆ 2-3-4 ਐਗਜ਼ਾਮਪਲਾਂ ਦਿੱਤੀਆਂ ਦੂਸਰੇ ਸੂਬਿਆਂ ਦੀਆਂ, ਉਹ ਆਪਣੇ ਸੂਬੇ ਦੀ ਆਪਣੇ ਪ੍ਰਾਂਤ ਦੀ ਲੜਾਈ ਆਪਣੇ ਢੰਗ ਦੇ ਨਾਲ ਲੜ ਰਹੇ, ਸਟਾਲਨ ਆਪਣੇ ਢੰਗ ਦੇ ਨਾਲ ਰਿਹਾ, ਮਮਤਾ ਬੈਨਰਜੀ ਬੰਗਾਲੀ ਆਪਣੇ ਢੰਗ ਦੇ ਨਾਲ। ਲੇਕਿਨ ਇਹ ਹੁਣ ਜਿਹੜੀਆਂ ਰੀਜਨਲ ਜਾਂ ਪ੍ਰਾਂਤਕ ਲੈਵਲ ਦੇ ਉੱਤੇ ਲੜਾਈਆਂ ਲੜੀਆਂ ਜਾ ਰਹੀਆਂ, ਇਹਨਾਂ ਦਾ ਜਦੋਂ ਦੇਖਦੇ ਹਾਂ ਕਿ ਹਾਂ ਉਹਨਾਂ ਨੂੰ ਲੱਗਦਾ ਕਿ ਕਾਰਨ ਸਾਰਾ ਇੱਕ ਜਗ੍ਹਾ ਹੀ ਹੈ। ਸ਼ਾਇਦ ਇਹ ਇਸੇ ਵਿੱਚੋਂ ਹੀ ਇਹ ਨਿਕਲਦੀ ਹੈ। ਸ਼ਾਇਦ ਇਸ਼ਾਰਾ ਵੀ ਕੀਤਾ ਪਹਿਲਾਂ ਸਿੱਧੂ ਸਾਹਿਬ ਨੇ ਕਿ ਇੱਕ ਫੈਡਰਲ ਟਾਈਪ ਦੇ ਜਿਹੜੇ ਰਾਈਟਸ ਸਟੇਟਾਂ ਦੇ ਰਾਈਟਸ ਹੈਗੇ ਆ ਔਰ ਉਹ ਪੋਲੀਟੀਕਲ ਤੇ ਆਰਥਿਕ ਜਿਹੜੇ ਰਾਈਟਸ ਹੈਗੇ ਉਹਨਾਂ ਦੇ, ਔਰ ਉਹਦੇ ਲਈ ਇੱਕ ਵੱਖਰੇ ਢਾਂਚੇ ਦੀ ਸ਼ਾਇਦ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਲੜਾਈ ਭਾਵੇਂ ਆਪਣੀ ਲੜੀ ਜਾ ਰਹੀ ਹੈ, ਫਿਰ ਕਿਸੇ ਵੇਲੇ ਇਹ ਇੱਕ ਸਾਂਝੀ ਲੜਾਈ ਦਾ ਹਿੱਸਾ ਵੀ ਬਣੇਗੀ ਕਿ ਨਹੀਂ ਬਿਲਕੁਲ ਸਾਡੇ ਫੰਡਾਮੈਂਟਲ ਢਾਂਚੇ ਨੂੰ ਹੀ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ, ਜਿਹਦੇ ਵਿੱਚੋਂ ਦੂਸਰੀਆਂ ਸਾਰੀਆਂ ਸਟੇਟਾਂ ਦਾ ਮਸਲਾ ਹੱਲ ਹੋਏਗਾ। ਕੀ ਇੱਕ ਸਟੇਟ ਲੜਦੇ ਆਪਣੀ ਪ੍ਰਾਪਤੀ ਉਹ ਕਰ ਲੈਣਗੇ ਜਿਹੜੀ ਉਹ ਲੜ ਰਹੇ ਆ, ਕਿ ਕੀ ਇਹ ਸਾਰੀ ਵੱਖਰੇ ਤਰੀਕੇ ਦੇ ਨਾਲ ਵੱਖਰੀਆਂ ਸਟੇਟਾਂ ਵੱਲੋਂ ਵੱਖਰੇ ਸਟੇਟਾਂ ਦੇ ਲੋਕਾਂ ਵੱਲੋਂ ਲੀਡਰਸ਼ਿਪ ਦੇ ਵੱਲੋਂ ਜਿਹੜੀ ਲੜਾਈ ਲੜੀ ਜਾ ਰਹੀ ਹੈ, ਕੀ ਉਹ ਇੱਕ ਜੇ ਉਹਨਾਂ ਨੂੰ ਇਹ ਫੀਲਿੰਗ ਹੋਈ ਕਿ ਇੱਕ ਸਾਂਝੇ ਮਨੋਰਥ ਵਾਲਾ ਕੰਮ ਹੈਗਾ ਆ ਤੇ ਇੱਕ ਏਜੰਡਾ ਸੈੱਟ ਹੋ ਜਾਏਗਾ, ਤਾਂ ਫਿਰ ਉਹ ਇੱਕ ਉਹਦੀ ਕੁਆਲਿਟੀ ਜਿਹੜੀ ਨਾ ਉਹ ਹੋਰ ਕੁਆਲਿਟੀ ਦੇ ਉੱਤੇ ਜਿਹੜਾ ਨਾ ਲੜੇ ਜਾਣ ਦੀ ਉਮੀਦ ਪੈਦਾ ਹੋ ਰਹੀ ਆ, ਜੋ ਮੈਨੂੰ ਨਜ਼ਰ ਆਉਂਦਾ। ਇਹ ਸਿੱਧ ਸਾਹਿਬ ਜਿਸ ਤਰ੍ਹਾਂ ਚਾਨਾ ਜੀ ਨੇ ਗੱਲ ਕੀਤੀ ਹੈ, ਤੁਸੀਂ ਪਹਿਲਾਂ ਕੀਤੀ ਹੈ, ਇੱਕ ਅਸੀਂ ਕਿਸਾਨ ਅੰਦੋਲਨ ਦਾ ਬਹੁਤ ਇਸ ਗੱਲ ਦੇ ਲਈ ਅਧਿਐਨ ਵੀ ਹੋਇਆ, ਉਹਦਾ ਬੜਾ ਡੂੰਘਾਈ ਨਾਲ ਚਰਚਾ ਵੀ ਹੋਈ ਕਿ
ਕਿਸਾਨ ਅੰਦੋਲਨ ਇੱਕ ਪੰਜਾਬ ਦੇ ਆਣ ਵਿੱਚ ਜਿਹੜਾ ਉਹਦਾ ਅਸਰ ਹੈ, ਜਿਸ ਤਰ੍ਹਾਂ ਉੱਥੇ ਉਹਨਾਂ ਨੇ ਖੇਤੀ ਕਾਨੂੰਨ ਵਾਪਸ ਕਰਾਏ, ਕਿਸਾਨ ਅੰਦੋਲਨ ਜਿੱਤਿਆ, ਤਾਂ ਉਹਦਾ ਇੱਕ ਵੱਖਰੀ ਕਿਸਮ ਦਾ ਅਸਰ ਸਾਨੂੰ ਪੰਜਾਬ 'ਚ ਦੇਖਣ ਨੂੰ ਮਿਲੇਗਾ। ਇੱਕ ਤਾਂ ਇਹ ਕਿ ਉਹ ਦੇਖਣ ਨੂੰ ਮਿਲਿਆ ਕਿ ਨਹੀਂ ਮਿਲਿਆ, ਦੂਸਰਾ ਕਿ ਜਿਹੜੀ ਗੱਲ ਸਟਾਲਨ ਉਹਨਾਂ ਨੇ ਆਪਣੀ ਕਿਤਾਬ ਜਦੋਂ ਰਿਲੀਜ਼ ਕੀਤੀ ਹੈ ਤਾਂ ਉਸ ਸਮੇਂ ਕਹੀ ਹੈ ਕਿ ਫੈਡਰਲਿਜ਼ਮ ਦੀ ਲੜਾਈ ਜਿਹੜੀ ਹੈ ਉਹ ਲੜਨੀ ਪਏਗੀ ਸਾਨੂੰ, ਔਰ ਮਮਤਾ ਬੈਨਰਜੀ ਬਾਰ-ਬਾਰ ਕਹਿ ਰਹੀ ਹੈ, ਔਰ ਇਹ ਗੱਲ ਵੀ ਆ ਰਹੀ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ ਜਾਂ ਫੈਡਰਲਿਜ਼ਮ ਦੀ ਜਿਹੜੀ ਲੜਾਈ ਲੜਨ ਲਈ ਉਹ ਇਕੱਠੀਆਂ ਹੋਣ ਤਾਂ ਇੱਕ ਮੰਚ ਉਹ ਬਣਾਉਣ। ਤਾਂ ਕੀ ਤੁਸੀਂ ਸਮਝਦੇ ਹੋ ਕਿ ਮਤਲਬ ਇਹ ਜਿਹੜੀ ਇੱਕੋ ਕੱਲੀਆਂ ਖੇਤਰੀ ਪਾਰਟੀਆਂ ਮੰਚ ਬਣਾ ਕੇ ਉਹ ਲੜਾਈ ਲੜ ਕੇ ਤੇ ਕਾਮਯਾਬ ਹੋ ਸਕਦੀਆਂ? ਦੇਖੋ, ਹੋਣਾ ਤਾਂ ਸਾਰਾ ਵੱਡੀ ਕਾਮਯਾਬੀ ਤਾਂ ਜਿਹੜੀਆਂ ਖੇਤਰੀ ਪਾਰਟੀਆਂ ਦੇ ਵੱਡੇ ਆਪਸ ਵਿੱਚ ਦੀ ਤਾਲਮੇਲ ਨਾਲ ਹੀ ਹੋਣੀ ਹੈ। ਤੇ ਕਈ ਵਾਰ ਇਹ ਹੁੰਦਾ ਵੀ ਜਿਵੇਂ ਤਾਮਿਲਨਾਡੂ ਨੇ ਆਪਦੇ ਲੈਵਲ ਤੇ ਹਿੰਦੀ ਨੂੰ ਨਹੀਂ ਜਾਣ ਦਿੱਤਾ, ਉੱਥੇ ਵਿਰੋਧ ਬਹੁਤ ਕੀਤਾ, ਵੱਡੀ ਮੂਵਮੈਂਟ ਹੋਈ। ਇਸ ਕਿਸਮ ਦੀਆਂ ਮੂਵਮੈਂਟਾਂ ਖੜੀਆਂ ਕਰਕੇ ਵੀ ਆਪਦੀ ਲੋਕਲ ਕਲਚਰ ਤੇ ਆਪਦੀ ਲੈਂਗੁਏਜ ਨੂੰ ਹੋਰ ਮਜ਼ਬੂਤ ਕਰ, ਭਾਸ਼ਾ ਨੂੰ, ਬੋਲੀ ਨੂੰ, ਬੋਲਤੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਰੀਜਨਲ ਪਾਰਟੀਆਂ ਵੀ। ਇਹ ਵੀ ਹੁੰਦਾ ਰਹਿੰਦਾ। ਪਰ ਜਿਹੜਾ ਵੱਡੇ ਲੈਵਲ ਦੀ ਰੀਸਟਰਕਚਰਿੰਗ ਅਸੀਂ ਕਹਿੰਦੇ ਆ ਕਿ ਨਾ, ਸਾਰੇ ਸਿਸਟਮ ਨੂੰ ਦੁਬਾਰਾ ਉਹਦੇ ਬਣਨਾ ਰੱਖਣਾ, ਜਿਹੜਾ ਕਿ ਸੈਂਟਰਲਾਈਜੇਸ਼ਨ ਉਹਦੀ ਬਹੁਤ ਲੰਬੇ ਸਮੇਂ ਤੇ ਹੋਈ ਹੈ। ਜੇ ਪ੍ਰੈਕਟੀਕਲੀ ਅਸੀਂ ਦੇਖੀਏ ਤਾਂ ਜਿਹੜੀ ਬ੍ਰਿਟਿਸ਼ ਸਟੇਟ ਇੱਥੇ 47 ਤੋਂ ਪਹਿਲਾਂ ਆਪਰੇਟ ਕਰਦੀ ਸੀ, ਉਹ ਬ੍ਰਿਟਿਸ਼ ਸਟੇਟ ਹਜੇ ਤੱਕ ਆਪਰੇਟ ਕਰ ਰਹੀ ਹੈ। ਉਹਦੇ ਵਿੱਚ ਥੋੜਾ ਜਿਹਾ ਨਹਿਰੂ ਦੇ ਪੀਰੀਅਡ ਵਿੱਚ ਲੂਜ਼ ਰਿਹਾ ਸਾਰਾ ਸਿਸਟਮ ਦਾ, ਸੈਕੂਲਰਿਜ਼ਮ ਤੇ ਜ਼ੋਰ ਰਿਹਾ। ਫਿਰ ਆ ਕੇ ਸਾਰਾ ਉਸ ਇੰਡੀਅਨ ਨੈਸ਼ਨਲਿਜ਼ਮ ਵਿੱਚੋਂ ਫਿਰ ਰਾਸ਼ਟਰਵਾਦ ਹੀ ਨਿਕਲਿਆ, ਜਿਹੜਾ ਕਿ ਇੱਕ ਕੱਟੜ ਰਾਸ਼ਟਰਵਾਦ ਨਿਕਲਿਆ ਆ, ਤੇ ਜਿਹਨੇ ਸੈਂਟਰਲਾਈਜੇਸ਼ਨ ਦਾ ਪ੍ਰੋਸੈਸ ਚਲਾਤਾ, ਜਿਹਦੇ ਚ ਪੰਜਾਬ ਪ੍ਰਤੀ ਜਿਹੜਾ ਸਾਰਾ ਹੁਣ ਐਟੀਟਿਊਡ ਹੋ ਰਿਹਾ, ਇਕੱਲੇ ਪੰਜਾਬ ਦੀਆਂ ਨਹੀਂ, ਹੋਰਾਂ ਸਟੇਟਾਂ ਦੀਆਂ ਮੰਗਾਂ, ਕਈ ਚੀਜ਼ਾਂ ਵੀ ਇਹ ਸੈਂਟਰਲਾਈਜੇਸ਼ਨ ਵਿੱਚ ਉਹਨਾਂ ਨੇ ਲੈ ਲਈਆਂ। GST ਖਾਸ ਕਰਕੇ ਤੇ ਹੋਰ ਸਾਰੇ ਕਈ ਚੀਜ਼ਾਂ ਦੇ ਵਿੱਚ ਇਹ ਸਾਰਾ ਕੁਝ ਲੈ ਗਏ ਆ। ਤੇ ਇਹ ਜਿਹੜਾ ਸਿਸਟਮ ਹੈ ਸੈਂਟਰਲਾਈਜੇਸ਼ਨ ਦਾ ਪ੍ਰੋਸੈਸ, ਇਹ ਆਪਣੇ ਆਪ ਵਿੱਚ ਕਾਫੀ ਹੱਦ ਤੱਕ ਜਟਲ ਤੇ ਕੰਪਲੀਟ ਹੋ ਗਿਆ। ਇਹਦੀ ਲੜਾਈ ਲੜਨ ਲਈ ਤਾਂ ਵੱਡੇ ਲੈਵਲ ਤੇ ਸਟੇਟਾਂ ਨੂੰ ਆਪਸ ਵਿੱਚ ਤਾਲਮੇਲ ਕਰਨਾ ਪਊਗਾ। ਇੰਡੀਵਿਜੂਅਲ ਲੈਵਲ ਉੱਤੇ ਕੋਈ ਇੱਕ ਚੀਜ਼ ਰੋਕੀ ਨਹੀਂ ਜਾ ਸਕਦੀ। ਜਿਵੇਂ GST ਦਾ ਨੂੰ ਰੀਸਟਰਕਚਰ ਜ਼ਰੂਰ ਕਰਨਾ ਪਊ ਜਿਸ ਤਰੀਕੇ ਨਾਲ ਲਾਗੂ ਹੋਈ ਹੈ, ਨਹੀਂ ਤਾਂ ਫਿਰ ਇਹ ਸਟੇਟਾਂ ਨੂੰ ਪੈਸੇ ਪਹਿਲਾਂ ਸੈਂਟਰ ਕੋਲੇ ਜਾਂਦੇ ਆ, ਫਿਰ ਇਹਨਾਂ ਨੂੰ ਵਾਪਸ ਆਉਂਦੇ ਆ। ਤੇ ਇਹ ਸਾਰਾ ਕੁਝ ਕਿਸ ਤਰ੍ਹਾਂ ਚੱਲੇਗਾ? ਸਟੇਟਾਂ ਦੇ ਟੈਕਸ ਲਾਉਣ ਦੇ ਅਧਿਕਾਰ ਵੀ ਸਾਰੇ ਖੋਏ ਗਏ। ਤੇ ਇਸ ਕਿਸਮ ਦੀ ਜਿਹੜੀ ਇਹ ਸਾਰਾ ਸਿਸਟਮ ਹੈ, ਜਿਹਦੇ ਵਿੱਚ ਪੰਜਾਬ ਵਿੱਚ ਰੋਕਣਾ ਚਾਹੀਦਾ ਸੀ GST ਨੂੰ, ਉਦੋਂ ਬੜਾ ਜ਼ੋਰ ਸ਼ੋਰ ਨਾਲ ਇੱਥੋਂ ਦੇ ਫਾਈਨਾਂਸ ਮਿਨਿਸਟਰ ਨੇ, ਮਨਪ੍ਰੀਤ ਨੇ ਉਦੋਂ ਮਨਪ੍ਰੀਤ ਬਾਦਲ ਨੇ ਲਵਾਇਆ। ਇਹ ਸਾਰਾ ਕੁਝ ਸਾਨੂੰ ਲੱਗਦਾ ਹੈ ਪੰਜਾਬ ਪ੍ਰਤੀ ਸਾਡਾ ਐਟੀਟਿਊਡ ਬਦਲਣਾ ਪਊਗਾ। ਹੁਣ ਤੱਕ ਜਿਹੜੀਆਂ ਪਾਰਟੀਆਂ ਸਾਡੀਆਂ ਆਈਆਂ, ਖਾਸ ਕਰਕੇ ਇੱਕ ਤਰ੍ਹਾਂ ਦੀ ਡਿਫੀਟਿਸਟ ਜਿਹੜੀ ਹਾਰੀ ਹੋਈ ਪੋਲਿਟਿਕਸ ਹੀ ਖੇਡੀ ਹੈ। ਜੇ ਅਸੀਂ ਦੇਖੀਏ 80-84 ਤੋਂ ਬਾਅਦ ਸਾਰੀਆਂ ਪਾਰਟੀਆਂ ਨੇ, ਪੰਜਾਬ ਦੀਆਂ ਨੇ ਤਾਂ, ਅਕਾਲੀਆਂ ਨੇ ਤਾਂ ਖਾਸ ਕਰਕੇ, ਨਹੀਂ ਤਾਂ ਫਿਰ ਤੁਸੀਂ ਪੰਜਾਬ ਦੀ ਮੰਗ ਨੂੰ ਬਿਲਕੁਲ ਛੱਡ ਦਿਓ, ਤੁਸੀਂ ਰੀਜਨਲ ਪਾਰਟੀ ਵੀ ਨਾ ਰਹੋ, ਜਾਂ ਰੀਜਨਲ ਪਾਰਟੀ ਹੋਵੇ ਵੀ ਨਾ ਇੱਥੇ ਪੰਜਾਬ ਦੇ ਵਿੱਚ, ਜਿਹਦਾ ਐਡਾ ਵੱਡਾ ਪਿਛਲਾ ਇਤਿਹਾਸ ਆ। ਤੇ ਜਦੋਂ ਕਿ ਹਰੇਕ ਸਟੇਟ 'ਚ ਬੈਠਾ, ਈਵਨ ਰੀਜਨਲ ਪਾਰਟੀ ਕਹੀਏ ਤਾਂ ਸਮਾਜਵਾਦੀ ਪਾਰਟੀ ਯੂਪੀ 'ਚ ਵੀ ਰੀਜਨਲ ਪਾਰਟੀ ਦੇ ਤੌਰ ਤੇ ਬੈਠੀ ਆ, BSP ਵੀ ਬੈਠੀ ਆ। ਇੱਥੇ ਤਾਂ ਕੋਈ ਬਿਹਾਰ 'ਚ ਰਾਸ਼ਟਰੀ ਜਨਤਾ ਦਲ ਬੈਠਾ, ਰਾਸ਼ਟਰੀ ਦਲ ਨਾਲ ਬੈਠਾ, ਕਿੰਨੀਆਂ ਪਾਰਟੀਆਂ, ਸਾਰੇ ਥਾਵਾਂ ਤੇ ਕੋਈ ਨਾ ਕੋਈ ਪਾਰਟੀ ਬੈਠੀ ਹੈ। ਇੱਥੇ ਰੀਜਨਲ ਪਾਰਟੀ ਵੀ ਨਾ ਰਹੇ, ਰੀਜਨਲ ਪਾਰਟੀ ਵੀ ਦਿੱਲੀ ਦੇ ਸਹਾਰੇ ਜਾਂ ਦਿੱਲੀ ਦੇ ਸੈਂਟਰਿਸਟ ਪਾਰਟੀ ਦੇ ਨਾਲ ਹੀ ਜੁੜ ਕੇ ਚੱਲੇ। ਹੈ ਤਾਂ ਵਰਤਾਰਾ ਪੰਜਾਬ ਦਾ ਤਾਂ ਬਿਲਕੁਲ ਹੀ ਉਲਟ ਹੋ ਗਿਆ। ਇਸ ਕਰਕੇ ਤੁਸੀਂ ਆ ਕੱਲੀ ਭਾਖੜਾ ਬਿਆਸ ਮੈਨੇਜਮੈਂਟ ਦਾ ਇਹ ਕਰਤਾ, ਉਹ ਕਰਤਾ, ਇਹ ਛੋਟੀਆਂ ਗੱਲਾਂ, ਵੱਡੀਆਂ ਗੱਲਾਂ ਹੈਗੀਆਂ ਕਿ ਤੁਹਾਡਾ ਸਾਰਾ ਕੁਝ ਉਲਟਾ ਕਰ ਦਿੱਤਾ ਗਿਆ। ਤੁਸੀਂ ਤੁਹਾਨੂੰ ਪੰਜਾਬ ਨੂੰ ਜੇ ਅਸੀਂ ਬਹੁਤਾ ਸਖਤੀ ਨਾਲ ਕਹੀਏ ਤਾਂ ਫਿਰ ਕਲੋਨੀ ਦੇ ਰੂਪ 'ਚ ਹੀ ਲੈ ਗਏ, ਬਲਕਿ ਜੇ ਅਸੀਂ ਸਾਹਿਬ ਇਹਦੇ 'ਚ ਮੈਂ ਇੱਕ ਨਾਲ ਗੱਲ ਇਹ ਕਹੀ ਸੀ ਕਿ ਜਿਹੜਾ ਕਿਸਾਨ ਅੰਦੋਲਨ ਸੀ ਜਦੋਂ ਚੱਲ ਰਿਹਾ ਸੀਗਾ ਤਾਂ ਉਦੋਂ ਇਹਦੇ ਤੋਂ ਬਹੁਤ ਵੱਡੀਆਂ ਆਸਾਂ ਸੀਗੀਆਂ, ਔਰ ਹੁਣ ਵੀ ਹੈਗੀਆਂ, ਕਿਉਂਕਿ ਅੰਦੋਲਨ ਤਾਂ ਅਜੇ ਜਾਰੀ ਹੈ। ਤਾਂ ਜਿਸ ਤਰ੍ਹਾਂ ਦਾ ਆਣ ਕੇ ਪੰਜਾਬ 'ਚ ਅਸਰ ਉਦੋਂ ਅੰਦਾਜ਼ੇ ਲਾਏ ਗਏ ਸੀ, ਅਨੁਮਾਨ ਸੀਗਾ ਕਿ ਇਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ, ਉਹ ਅਸਰ ਕਿਤੇ ਤੁਹਾਨੂੰ ਨਜ਼ਰ ਆਇਆ ਇਸ ਵਾਰ? ਬਿਲਕੁਲ ਨਜ਼ਰ ਆਉਂਦਾ। ਹੁਣ ਵੀ ਜੇ ਲੜਾਈ ਲੜੀ, ਇਹ ਕਿਸੇ ਪੋਲੀਟੀਕਲ ਪਾਰਟੀ ਤੋਂ ਲੜਨ ਦੀ ਹਜੇ ਵੀ ਸਾਨੂੰ ਉਮੀਦ ਨਹੀਂ ਹੈ, ਜਿਨ੍ਹਾਂ ਨੂੰ ਅੱਗੇ ਲੜਨਾ ਚਾਹੀਦਾ ਸੀ। ਜਿਹੜੀ ਸਿਆਸੀ ਪਾਰਟੀ ਹੁੰਦੀ ਹੈ, ਜਿਹੜੀ ਸੱਤਾ ਦੇ ਲੈਵਲ ਤੱਕ ਹੀ ਰੋਕੀਆਂ ਆਪਦੇ ਆਪ ਨੂੰ, ਉਹ ਲੜਾਈ ਇਹ ਕਿਸਾਨ ਹੀ ਲੜਨਗੇ।
ਹੁਣ ਬਿਲਕੁਲ ਕਲੀਅਰ ਹੈ ਵੀ ਕਿਸਾਨ ਹੀ ਲੜਾਈ ਲੜਨਗੇ। ਤੇ ਕਿਸਾਨ ਹੁਣ ਵੀ ਆਹ ਜਿਹੜਾ ਕੱਲ ਵੀ ਅੱਜ ਮੈਮੋਰੰਡਮ ਅੱਜ ਹੀ ਦੇ ਕੇ ਆਏ ਆ ਇੱਥੇ, ਤੇ ਉਹ ਹਜੇ ਵੀ ਡਿਸਟ੍ਰਿਕਟ ਲੈਵਲ ਦੇ ਮੁਜ਼ਾਹਰੇ ਮਜੂਰੇ ਸਾਰੇ ਕਰ ਰਹੇ ਆ, ਫੇਰ ਵੀ ਦੁਬਾਰਾ ਆਰਗੇਨਾਈਜ਼ ਕਰ ਰਹੇ ਆ। ਇਸ ਕਰਕੇ ਲੜਾਈ ਤਾਂ ਉਹੀ ਲੜਨਗੇ। ਤੇ ਇਹ ਜਿਵੇਂ ਪੋਲੀਟੀਕਲ ਪਾਰਟੀਆਂ ਬਿਲਕੁਲ ਆਪਣੇ ਆਪ ਵਿੱਚ ਬੇਵਸ ਹੋ ਕੇ ਖੜੀਆਂ ਸੀ ਜਦੋਂ ਦਿੱਲੀ ਦਾ ਕਿਸਾਨ ਮੋਰਚਾ ਚੱਲਦਾ ਸੀ, ਇਵੇਂ ਇਹ ਬੇਵਸ ਰਹਿਣਗੀਆਂ। ਇਹ ਸੱਤਾ ਨੂੰ ਹੋਣ ਤੱਕ ਹੀ ਤੇ ਉਸ ਨੂੰ ਉਹਦੇ ਤੇ ਕਬਜ਼ਾ ਕਰਨ ਤੱਕ ਹੀ ਚੱਲੀਆਂ ਹੋਈਆਂ। ਇਹ ਕਿੰਨਾ ਚਿਰ ਰੈਲੀਵੈਂਟ ਰਹਿਣੀਆਂ, ਕਿੰਨਾ ਚਿਰ ਇਹਨਾਂ ਦੀ ਕੋਈ ਸਾਰਥਕਤਾ ਰਹੂਗੀ, ਇਹ ਦੇਖਿਆ ਜਾਏਗਾ। ਪਰ ਲੜਾਈ ਹੁਣ ਜਿਹੜੇ ਲੜ ਰਹੇ ਆ ਰੀਜਨਲ ਲੈਵਲ ਤੇ, ਬਿਲਕੁਲ ਆਹ ਜਿਹੜੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ, ਇਹ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਇਹਨਾਂ ਦਾ ਅਸਰ ਹੈ। ਤੇ ਇਹ ਅੱਗੇ ਵਧਣਗੀਆਂ। ਇਹਨਾਂ ਦੀ ਦਿੱਲੀ ਵਾਲੀ ਕਾਮਯਾਬੀ ਇਹਨਾਂ ਦੇ ਲੰਬੇ ਅਗਲੇ ਹੋਰ ਕਦਮ ਪੁੱਟਣ ਲਈ ਇਹਨਾਂ ਨੂੰ ਬਹੁਤ ਵੱਡਾ ਉਤਸ਼ਾਹ ਦੇਵੇਗੀ। ਚਾਨਾ ਜੀ, ਤੁਸੀਂ ਇਹ ਦੋਨਾਂ ਜਿਹੜੇ ਮੈਂ ਕੁਐਸਚਨ ਕੀਤੇ ਸਿੱਧੂ ਸਾਹਿਬ ਨੇ ਜਿਹੜੀ ਗੱਲਾਂ ਕਹੀਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਕਿਉਂਕਿ ਆਪਣਾ ਸਮਾਂ ਵੀ ਸਮਾਪਤੀ ਹੋਣ ਵੱਲ ਵੱਧ ਰਿਹਾ, ਫਿਰ ਆਪਾਂ ਇਹਨੂੰ ਇਸ ਤਰ੍ਹਾਂ ਪੈਨ ਪੁਆਇੰਟ ਕੀਤਾ ਜਾ ਸਕਦਾ ਹੈ ਕਿ ਇਹ ਜਿਹੜਾ ਪਿਛਲਾ ਸਾਡਾ ਇਤਿਹਾਸ, ਸਾਡਾ ਨਹੀਂ ਹਿਊਮਨ ਹਿਸਟਰੀ ਜਿਹੜੀ ਇਹ ਸਾਬਤ ਕਰਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਸੰਕਟ ਖੜੇ ਹੁੰਦੇ ਆ ਤੇ ਪਹਿਲਾਂ ਤਾਂ ਲੋਕ ਦੇਖਦੇ ਆ, ਜਿਹੜੇ ਉਹਨਾਂ ਦੇ ਲੀਡਰ ਹੁੰਦੇ ਆ, ਕਿ ਉਹ ਕੋਈ ਨਾ ਕੋਈ ਰਸਤਾ ਕੱਢਣਗੇ, ਸੰਘਰਸ਼ ਦੇ ਵਿੱਚ ਕੁੱਦਣਗੇ। ਅਲਟੀਮੇਟਲੀ ਹੁੰਦਾ ਇੱਦਾਂ ਨਹੀਂ, ਕਿਉਂਕਿ ਉਹਨਾਂ ਦਾ ਬਿਲਕੁਲ ਕਰੈਕਟਰ ਚੇਂਜ ਹੋ ਚੁੱਕਾ ਹੁੰਦਾ ਆ, ਫਿਰ ਉਹ ਲੜਨ ਦੇ ਕਾਬਲ ਨਹੀਂ ਰਹੇ ਹੁੰਦੇ। ਫਿਰ ਲੋਕ ਆਪਣੇ ਆਪ ਉੱਠਦੇ ਆ, ਫਿਰ ਉਹ ਆਪਣੇ ਆਪ ਸੰਘਰਸ਼ ਦੇ ਵਿੱਚ ਲੜਦੇ। ਅਸੀਂ ਉਹਦੇ ਨਾਲ ਕੰਪੇਅਰ ਕਰੀਏ ਤਾਂ ਇਹ ਬਿਲਕੁਲ ਮੇਲ ਖਾਂਦੀ ਹੈ ਗੱਲ, ਕਿ ਕਿਸ ਤਰ੍ਹਾਂ ਆਪਣੇ ਆਪ ਜਨ ਸਧਾਰਨ ਇੱਥੇ ਵੀ ਪੰਜਾਬ ਦੇ ਵਿੱਚ ਵੀ ਲੜਾਈ ਦੇ ਵਿੱਚ ਕੁੱਦਿਆ। ਉਹ ਜਦੋਂ ਫਿਰ ਲੜਾਈ ਦੇ ਵਿੱਚ ਕੁੱਦਦੇ ਆ, ਬਿਲਕੁਲ ਨਵੇਂ ਆਪਣੇ ਵਿੱਚੋਂ ਲੀਡਰ ਪੈਦਾ ਕਰਦੇ ਆ। ਫਿਰ ਉਹ ਸੰਘਰਸ਼ ਆਪਣੇ ਵਿੱਚੋਂ ਲੀਡਰ ਪੈਦਾ ਕਰਦੇ ਆ, ਉਹ ਰੱਦ ਕਰ ਦਿੰਦੇ ਆ ਪ੍ਰੈਕਟੀਕਲੀ ਉਹਨਾਂ ਟ੍ਰੈਡੀਸ਼ਨਲ ਲੀਡਰਾਂ ਨੂੰ ਜਿਹੜੇ ਪਹਿਲਾਂ ਰਹਿ ਚੁੱਕੇ ਹੁੰਦੇ ਆ ਇਤਿਹਾਸ ਦੇ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਪੂਰੇ ਨਹੀਂ, ਜਾਂ ਸਮੇਂ ਦੀ ਲੋੜ ਦੇ ਮੁਤਾਬਕ ਉਹ ਸਮਰੱਥ ਨਹੀਂ ਰਹੇ ਹੁੰਦੇ। ਫਿਰ ਉਹ ਨਵੀਂ ਲੀਡਰਸ਼ਿਪ ਜਦੋਂ ਪੈਦਾ ਹੁੰਦੀ ਆ, ਉਹਦੇ ਵਿੱਚੋਂ ਕਈ ਵਾਰੀ ਬਹੁਤ ਅੱਛੇ ਵਧੀਆ ਲੀਡਰ ਜਿਹੜੇ ਸੱਚਮੁੱਚ ਲੜਾਈ ਲੜਨ ਦੇ ਕਾਬਲ ਹੁੰਦੇ ਆ, ਤੇ ਕਈ ਵਾਰ ਇੱਦਾਂ ਹੁੰਦੇ ਆ ਕਿ ਉਹ ਵੀ ਸੂਝਵਾਨ ਜਦੋਂ ਲੀਡਰ ਪੈਦਾ ਨਹੀਂ ਹੁੰਦੇ, ਤਾਂ ਫਿਰ ਉਸ ਸਟਰਗਲ ਦਾ ਥੋੜਾ ਜਿਹਾ ਸੰਕਟ ਹੋਰ ਤਰ੍ਹਾਂ ਦਾ ਪੈਦਾ ਹੁੰਦਾ। ਅਸੀਂ ਜਦੋਂ ਸਾਰਾ ਆਪਣਾ ਇਤਿਹਾਸ ਦੇਖਦੇ ਹਾਂ ਜੰਡੂ ਸਾਹਿਬ, ਤਾਂ ਉਹਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਸਟਰਗਲ ਦੇਖ ਲਓ, ਉਹਦੇ ਪਿਛੋਕੜ ਦੇ ਵਿੱਚ ਤੁਹਾਨੂੰ ਇਹੀ ਨਜ਼ਰ ਆਏਗਾ ਕਿ ਜਦੋਂ ਉਮੀਦ ਲੈ ਗਈ ਲੋਕਾਂ ਦੀ ਟ੍ਰੈਡੀਸ਼ਨਲ ਲੀਡਰਸ਼ਿਪ ਤੋਂ, ਜਾਂ ਟ੍ਰੈਡੀਸ਼ਨਲ ਜਿਹੜੇ ਯੋਧੇ ਸੀ ਉਹਨਾਂ ਤੋਂ, ਫਿਰ ਉਹਨਾਂ ਨੇ ਆਪਣੇ ਯੋਧੇ ਪੈਦਾ ਕੀਤੇ। ਹੀਰੋ ਦਾ ਕਨਸੈਪਟ ਕੀ ਹੈ? ਹੀਰੋ ਦਾ ਕਨਸੈਪਟ ਇਹ ਆ ਕਿ ਜਦੋਂ ਸਾਰੇ ਜਾਣੇ, ਸਾਰੀ ਸੁਸਾਇਟੀ ਜਾਂ ਸਾਰਾ ਸਮਾਜ ਜਿਹੜਾ ਸੰਘਰਸ਼ ਦੇ ਵਿੱਚ ਆ, ਜਿਹੜਾ ਕੰਮ ਉਹ ਕਰਨਾ ਚਾਹੁੰਦਾ ਆ, ਉਹ ਫਿਰ ਜਦੋਂ ਇਕੱਲਾ ਬੰਦਾ ਕਰਦਾ ਨਾ, ਉਹ ਉਹਨੂੰ ਆਪਣਾ ਹੀਰੋ, ਉਹ ਹੀਰੋ ਦਾ ਦਰਜਾ ਹਾਸਲ ਕਰ ਲੈਂਦਾ। ਔਰ ਇਸ ਤਰ੍ਹਾਂ ਇਹ ਆ ਕਿ ਉਹ ਸੰਘਰਸ਼ ਦਾ ਇੱਕ ਸਿੰਬਲ ਬਣ ਕੇ, ਉਸ ਸੰਘਰਸ਼ ਦਾ ਜਿਹੜਾ ਉਹਦਾ ਸਾਰਾ ਸਮਾਜ ਲੜਨਾ ਚਾਹੁੰਦਾ ਆ, ਫਿਰ ਉਹਦੀ ਜਦੋਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਓਵਰ ਦਾ ਲੋਕ ਉਹਨੂੰ ਆਪਣਾ ਹੀਰੋ, ਆਪਣਾ ਲੀਡਰ ਜਿਹੜਾ ਨਾ ਮੰਨਣਾ ਸ਼ੁਰੂ ਕਰ। ਇਸ ਤਰ੍ਹਾਂ ਨਵੇਂ ਲੀਡਰ ਹੋਂਦੇ, ਇਹ ਇੱਕ ਨਵੇਂ ਲੀਡਰਾਂ ਦੇ ਹੋਂਦ ਵਿੱਚ ਆਉਣ ਦਾ ਪੀਰੀਅਡ ਹੈ ਜਿਹੜਾ ਨਾ, ਉਹਦੇ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ ਜੰਡੂ ਸਾਹਿਬ, ਜਿਹੜਾ ਕਿ ਬੜਾ ਸਿੱਧਾ ਨਜ਼ਰ ਆਉਂਦਾ ਹੈਗਾ। ਕਿਸੇ ਨੂੰ ਵੀ ਲੋਕ ਮਨੋਂ ਇਸ ਵੇਲੇ ਸਵੀਕਾਰ ਨਹੀਂ ਕਰ ਰਹੇ ਲੀਡਰ ਦੇ ਤੌਰ ਦੇ ਉੱਤੇ। ਹੁਣ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਵਾਰ-ਵਾਰ ਇਹ ਗੱਲ ਉਠਾਈ ਆ ਕਿ ਟ੍ਰੈਡੀਸ਼ਨਲ ਲੀਡਰ ਹੁੰਦੇ ਸੀ, ਹੁਣ ਉਹ ਕਿੱਥੇ ਗਏ, ਹੁਣ ਅੱਗੇ ਹੋ ਕੇ ਲੜ ਕਿਉਂ ਨਹੀਂ ਰਹੇ? ਔਰ ਇਹ ਲੋਕ ਸਮਝਦੇ ਆ ਚੰਗੀ ਤਰ੍ਹਾਂ ਕਿ ਹੁਣ ਇਹ ਨਹੀਂ ਲੜਨ ਦੇ ਕਾਬਲ ਰਹਿ ਗਏ, ਹੁਣ ਉਹਨਾਂ ਨੂੰ ਆਪਣੇ ਲੀਡਰ ਜਿਹੜੇ ਨਾ ਪੈਦਾ ਕਰਨੇ ਪੈਣੇ ਆ। ਔਰ ਉਸੇ ਐਕਸਰਸਾਈਜ਼ ਦੇ ਵਿੱਚੋਂ ਦੀ ਸਾਡਾ ਸੰਘਰਸ਼ ਹੈ ਜਿਹੜਾ ਨਾ, ਉਹ ਲੰਘ ਰਿਹਾ। ਇਹੀ ਮੈਨੂੰ ਗੱਲ ਸਮਝ ਆ ਰਹੀ ਹੈ। ਸਾਹਿਬ, ਤੁਸੀਂ ਇਹਦੇ ਬਾਰੇ ਕੁਝ ਕਹਿਣਾ? ਨਹੀਂ ਤੇ ਆਪਣਾ ਸਮਾਂ ਸਮਾਪਤ ਹੋ ਰਿਹਾ, ਆਪਣੇ ਕੋਲ 2 ਮਿੰਟ ਬਾਕੀ ਹੈ। ਬਹੁਤ ਸੋਹਣੇ ਤਰੀਕੇ ਨਾਲ ਸਮ ਅਪ ਕਰਤਾ ਚਾਨਾ ਜੀ ਨੇ। ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਸੀ, ਤੇ ਲੀਡਰਸ਼ਿਪ ਹੈ ਜਿਹੜੀ, ਉਹ ਮੌਕੇ ਮੁਤਾਬਕ ਸਾਰੇ ਹਾਲਾਤਾਂ ਵਿੱਚੋਂ ਹੀ ਪੈਦਾ ਹੋਏਗੀ। ਇਹ ਹਾਲਾਤ ਹੀ ਪੈਦਾ ਕਰਨਗੇ, ਸੰਘਰਸ਼ ਚੋਂ ਹੀ ਪੈਦਾ ਹੋਏਗੀ। ਇਹ ਜਿਹੜੀ ਹੋਣ ਵਾਲੀ ਲੀਡਰਸ਼ਿਪ ਹੈ, ਜਿਹਨਾਂ ਤੋਂ ਅਸੀਂ ਪਹਿਲਾਂ ਉਮੀਦਾਂ ਕਰ ਰਹੇ ਹਾਂ, ਇਹ ਤਾਂ ਆਪਣੇ ਆਪ ਵਿੱਚ ਸਮਾਂ ਬਿਹਾਰ ਚੁੱਕੀ ਹੈ। ਇੱਥੇ ਹੀ ਅਸੀਂ ਅੱਜ ਦੀ ਆਪਣੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਦੋਸਤੋ, ਜਿਹੜੇ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ, ਇਸ ਸ਼ੋਅ ਨਾਲ ਜੁੜੇ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੇ ਸਾਨੂੰ ਆਸ ਹੈ ਕਿ ਦੋਸਤੋ ਤੁਹਾਨੂੰ ਸਾਡੀ ਇਹ ਚਰਚਾ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਸਾਡੀ ਇਹ ਚਰਚਾ ਪਸੰਦ ਆਈ ਹੋਵੇ
ਤਾਂ ਤੁਸੀਂ ਇਸ ਨੂੰ ਲਾਈਕ ਵੀ ਕਰਨਾ ਔਰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ, ਕਿਉਂਕਿ ਅੱਗੇ ਤੁਹਾਡੇ ਵੱਲੋਂ ਜਿਹੜਾ ਸਾਨੂੰ ਹੁੰਗਾਰਾ ਮਿਲ ਰਿਹਾ, ਤੁਹਾਡੇ ਵੱਲੋਂ ਜਿਹੜਾ ਸਹਿਯੋਗ ਮਿਲ ਰਿਹਾ, ਉਸ ਨਾਲ ਸਾਨੂੰ ਬਹੁਤ ਜਿਹੜੀ ਪ੍ਰੇਰਨਾ ਵੀ ਮਿਲ ਰਹੀ, ਹੌਸਲਾ ਵੀ ਮਿਲ ਰਿਹਾ, ਉਤਸ਼ਾਹ ਵੀ ਮਿਲ ਰਿਹਾ ਤੇ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਤੁਹਾਡਾ ਜਿਹੜਾ ਇਹ ਹੁੰਗਾਰਾ ਹੈ ਤੇ ਇਹ ਸਹਿਯੋਗ ਹੈ ਇਸ ਤਰ੍ਹਾਂ ਹੀ ਸਾਡੇ ਨਾਲ ਬਣਿਆ ਰਹੇਗਾ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ। ਇਹ ਸਿਰ ਸਾਹਿਬ ਤੁਹਾਡਾ ਵੀ ਤੇ ਚਾਹਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਆਪਾਂ ਹੁਣ ਅਗਲੇ ਧੰਨਵਾਦ ਜੀ, ਪ੍ਰੋਗਰਾਮ ਧੰਨਵਾਦ ਸਾਡੇ ਵੱਲੋਂ ਸ਼ੁਕਰੀਆ ਸਭ ਦਾ ਜੀ ਸਰੋਤਿਆਂ ਜੰਡੂ ਦਾ ਸਾਹਿਬ, ਧੰਨਵਾਦ। ਸ਼ੁਕਰੀਆ, ਥੈਂਕ ਯੂ।